ਰੇ ਵਾਹਿਗੁਰੂ ਸਾਹਿਬ ਜੀਓ। ਚੇਤ ਗੋਵਿੰਦ ਆਰਾਧਿਆ ਹੋਵੈ ਆਨੰਦ ਘਣਾ। ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਾਣਾ। ਚੇਤ ਗੋਵਿੰਦ ਆਰਾਧਿਆ ਹੋਵੈ ਆਨੰਦ ਘਣਾ। ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਾਣਾ। ਜਿਨ ਪਾਇਆ ਪ੍ਰਭ ਆਪਣਾ ਆਏ ਤਿਸ ਹੈ ਗਣਾ। ਇਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ। ਜਲ ਥਾਲ ਮਹਿਆਲ ਪੂਰਿਆ ਰਵਿਆ ਵਿੱਚ ਵਣਾ। ਸੋ ਪ੍ਰਭ ਚਿਤ ਨਾ ਆਵੈ ਕਿਤੜਾ ਦੁਖ ਗਣਾ। ਜਿਨੇ ਰਾਵਿਆ ਸੋ ਪ੍ਰਭੂ ਤਿਨਾ ਭਾਗ ਮਣਾ। ਹਰ ਦਰਸ਼ਨ ਕਾ ਮਨ ਲੋਚਦਾ ਨਾਨਕ ਪਿਆਸ ਮਨਾ। ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ। ਹਰ ਦਰਸ਼ਨ ਕਾ ਮਨ ਲੋਚਦਾ ਨਾਨਕ ਪਿਆਸ ਮਨਾ। ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਜ਼ਬਰ ਛਤਰ ਤਖਤ ਦੇ ਮਾਲਕ ਜਾਗਦੀ ਜੋਤ 10 ਪਾਤਸ਼ਾਹੀਆਂ ਦੇ ਆਤਮਕ ਸਵਰੂਪ ਪਤਿਤ ਪਾਵਨ ਭਗਤ ਵਛਲ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਕਿਰਪਾਲਤਾ ਸਦਕਾ ਆਪ ਜੀ ਪੰਥ ਦੇ ਮਹਾਨ ਪਵਿੱਤਰ ਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਦਰਸ਼ਨ ਦੀਦਾਰ ਕਰਦੇ ਹੋਏ ਸੰਗਤ ਦੀਆਂ ਘੜੀਆਂ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਅੰਦਰ ਤੁਰਕੀ ਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੈ। ਆਓ ਪਿਆਰ ਸ਼ਰਧਾ ਨਾਲ ਸੱਚੇ ਪਾਤਸ਼ਾਹ ਜੀ ਦਾ ਅੰਮ੍ਰਿਤ ਉਪਦੇਸ਼ ਮਨ ਇਕਾਗਰ ਕਰਕੇ ਸਰਵਣ ਕਰੀਏ। ਸਤਿਗੁਰੂ ਜੀ ਦੇ ਪਾਵਨ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿ
ਸ਼੍ਰੀ ਵਾਹਿਗੁਰੂ ਜੀ। ਚੇਤ ਗੋਵਿੰਦ ਅਰਾਧਿਐ। ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਮਾਝ ਰਾਗ ਵਿੱਚ 12ਵਾਂ ਨਾਮੇ ਬਾਣੀ ਸਤਿਗੁਰੂ ਜੀ ਲਿਖਵਾ ਰਹੇ ਹੈ। ਜੋ ਪਹਿਲੀ ਪੌੜੀ ਮੰਗਲ ਰੂਪ ਹੈ, ਕੱਲ ਉਸ ਦੀ ਕਥਾ ਆਈ ਸੀ। ਅੱਗੇ ਸੱਚੇ ਪਾਤਸ਼ਾਹ ਜੀ ਮਹਾਰਾਜ ਹੁਣ ਚੇਤਰ ਦਾ ਮਹੀਨਾ ਸਤਿਗੁਰੂ ਜੀ ਆਰੰਭ ਕਰ ਰਹੇ ਹੈ। ਗੁਰਮਤਿ ਵਿੱਚ ਸਾਧ ਸੰਗਤ ਜੀ ਜਦੋਂ ਇਹ ਨਵਾਂ ਸਾਲ ਆਰੰਭ ਹੁੰਦਾ ਹੈ ਨਾ, ਤੇ ਚੇਤਰ ਦੇ ਮਹੀਨੇ ਤੋਂ ਇਸ ਦੀ ਪ੍ਰਾਰੰਭਤਾ ਹੁੰਦੀ ਹੈ। ਪਹਿਲਾ ਮਹੀਨਾ ਹੈ ਫੱਗਣ ਦਾ, 12ਵਾਂ ਮਹੀਨਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਸਾਨੂੰ ਜੋ ਥਿੱਤਾਂ ਵਾਰ ਇਹ ਸਤਿਗੁਰਾਂ ਜੀ ਨੇ ਉਪਦੇਸ਼ ਬਖਸ਼ਿਸ਼ ਕੀਤੇ ਹੈ, ਜਿੱਥੇ ਇਹਨਾਂ ਦੁਆਰਾ ਅੰਤਰੀਬ ਸਤਿਗੁਰਾਂ ਜੀ ਨੇ ਪ੍ਰਭੂ ਦੇ ਮਿਲਾਪ ਦਾ ਉਪਦੇਸ਼ ਦਿੱਤਾ ਹੈ। ਉੱਥੇ ਨਾਲ ਹੀ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਨੇ ਸਾਨੂੰ ਆਪਣੀ ਵਿਰਾਸਤ ਵਜੋਂ ਇਹ 12 ਮਾਹ ਵੀ ਮਹਾਰਾਜ ਬਖਸ਼ਿਸ਼ ਕੀਤੇ ਹੈ ਕਿ ਸਾਡਾ ਸਾਲ, ਸਾਡੇ ਮਹੀਨੇ ਕਿਹੜੇ ਹੈ। ਕਿਉਂਕਿ ਹਰੇਕ ਦੇਸ਼ ਤੇ ਕੌਮ ਕੋਲ ਆਪੋ ਆਪਣੇ ਕੈਲੰਡਰ ਹੈਗੇ ਹਨ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਸਾਨੂੰ 12 ਮਾਹ ਸਤਿਗੁਰਾਂ ਜੀ ਨੇ ਬਖਸ਼ਿਸ਼ ਕੀਤਾ ਹੈ। ਭਾਰਤ ਦੀ ਸੰਸਕ੍ਰਿਤੀ ਦੇ ਅੰਦਰ ਜੇ ਵੇਖੀਏ ਤੇ ਬਹੁਤ ਹੋਰ ਕਮੀਆਂ ਦੇ ਵੀ 12 ਮਾਹ ਮਿਲ ਜਾਂਦੇ ਹੈ, ਪਰ ਜਿਹੜਾ ਸਾਧ ਸੰਗਤ ਜੀ ਸਤਿਗੁਰਾਂ ਜੀ ਨੇ ਤੁਖਾਰੀ ਰਾਗ ਵਿੱਚ 12 ਮਾਹ ਦੇ ਅੰਦਰ ਵਾਹਿਗੁਰੂ ਦੇ ਮਿਲਾਪ ਦੀ ਤੜਪ ਨੂੰ ਪ੍ਰਗਟ ਕੀਤਾ ਨਾ, ਇਹ ਹੋਰਨਾਂ 12 ਮਾਹ ਦੇ ਵਿੱਚੋਂ ਨਹੀਂ ਪ੍ਰਾਪਤ ਹੁੰਦੇ। ਮਹੀਨਿਆਂ ਦੇ ਜ਼ਿਕਰ ਤਾਂ ਉਹਨਾਂ ਵੀ ਆਪਣੇ ਢੰਗ ਨਾਲ ਕੀਤੇ ਹੈ, ਪਰ ਸੱਚੇ ਪਾਤਸ਼ਾਹ ਨੇ ਜੇ ਥਿੱਤਾਂ ਦਾ ਉਪਦੇਸ਼ ਦਿੱਤਾ, ਵਾਰਾਂ ਦਾ ਉਪਦੇਸ਼ ਦਿੱਤਾ, ਇਹ 12 ਮਾਹ ਦੁਆਰਾ ਮਹੀਨਿਆਂ ਰਾਹੀਂ ਉਪਦੇਸ਼ ਦਿੱਤਾ, ਤੇ ਇਹੀ ਦੱਸਿਆ ਕਿ ਮਨੁੱਖਾ ਜਨਮ ਦੀ ਸਫਲਤਾ ਪ੍ਰਭੂ ਦੀ ਬੰਦਗੀ ਕਰਕੇ ਹੈ। ਵਾਹਿਗੁਰੂ ਦੇ ਨਾਮ ਜਪਣ ਤੋਂ ਬਿਨਾਂ ਸਭ ਕੁਝ ਵਿਅਰਥ ਚਲਿਆ ਜਾਂਦਾ ਹੈ। ਨਾਮ ਜਪਣ ਨਾਲ ਹੀ ਸਭ ਕੁਝ ਸਫਲਾ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਨੇ ਤੁਖਾਰੀ ਰਾਗ ਵਿੱਚ ਅਨਉਕਤੀ ਅਲੰਕਾਰ ਬਹੁਤ ਕਥਨ ਕੀਤੇ ਹੈ, ਤੇ ਇਹ ਸਤਿਗੁਰੂ ਜੀ ਹੁਣ ਬਹੁਤ ਸੁਖੈਨ ਮਹਾਰਾਜ ਜੀ ਨੇ ਇਹ ਬਾਣੀ ਹਜੂਰ ਨੇ ਰਚੀ ਹੈ। ਬਾਬਾ ਬੁੱਢਾ ਸਾਹਿਬ ਜੀ ਨੇ ਸੰਗਤਾਂ ਦੀ ਬੇਨਤੀ ਹਜੂਰ ਦੇ ਅੱਗੇ ਕੀਤੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਹੁਣ ਚੇਤਰ ਦਾ ਮਹੀਨਾ ਮਹਾਰਾਜ ਬਖਸ਼ਿਸ਼ ਕਰ ਰਹੇ ਹੈ। ਪਿਛਲੇ ਮਹੀਨੇ ਸਾਧ ਸੰਗਤ ਜੀ ਹੁਣ ਇਹ ਸਾਲ ਦੀ ਆਰੰਭਤਾ ਹੋਈ ਸੀ। ਵਿਸਾਖ ਦੂਜਾ ਮਹੀਨਾ ਹੈ, ਤੇ ਥੋੜੇ ਦਿਨ ਹੀ ਹੋਏ ਸੰਗਰਾਂਦ ਦਾ ਪੁਰਬ ਆਪਾਂ ਮਨਾ ਕੇ ਹਟੇ ਹਾਂ। ਵਿਸਾਖੀ ਪੰਥ ਦਾ ਸਿਰਜਣਾ ਦਿਵਸ, ਵਿਸਾਖ ਦੀ ਸੰਗਰਾਂਦ ਨੂੰ ਸੱਚੇ ਪਾਤਸ਼ਾਹ ਜੀ ਨੇ ਪੰਥ ਦੀ ਉਤਪਤੀ ਕੀਤੀ ਸੀ। ਸ੍ਰੀ ਆਨੰਦਪੁਰ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਸਥਾਨ ਤੇ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਇਹ ਬਖਸ਼ਿਸ਼ ਕਰਦੇ ਹੈ। ਇਹ ਦੋਵੇਂ ਹੀ ਮਹੀਨੇ ਬਸੰਤ ਰੁੱਤ ਦੇ ਮਹੀਨੇ ਹਨ ਸਾਧ ਸੰਗਤ ਜੀ। ਵਿਸਾਖ ਦੇ ਮਹੀਨੇ ਵਿੱਚ ਫਿਰ ਬਸੰਤ ਰੁੱਤ ਪੂਰੀ ਆਪਣੀ ਜੋਬਨ ਤੇ ਆ ਜਾਂਦੀ, ਪੂਰੀ ਖੜਾ ਤੇ ਆ ਜਾਂਦੀ ਹੈ। ਤੇ ਚੇਤਰ ਦੇ ਮਹੀਨੇ ਵਿੱਚ ਇਸ ਦਾ ਜਿਹੜਾ ਸਾਧ ਸੰਗਤ ਜੀ ਆਗਾਜ਼ ਹੁੰਦਾ ਹੈ, ਇਸ ਦਾ ਆਉਣਾ ਜਿਹੜਾ ਹੈ, ਤੇ ਫਿਰ ਇਸ ਪ੍ਰਕਾਰ ਗੁਰੂ ਘਰ ਦੇ ਅੰਦਰ ਤਾਂ ਜਦੋਂ ਸਾਧ ਸੰਗਤ ਜੀ ਇਸ ਪ੍ਰਕਾਰ ਜਿਹੜਾ ਅੰਗਰੇਜ਼ੀ ਮਹੀਨਾ ਜਨਵਰੀ, ਉਹਦੇ ਵਿੱਚ ਹੀ ਜਦੋਂ ਬਸੰਤ ਰੁੱਤ ਦੀ ਆਰੰਭਤਾ ਹੁੰਦੀ ਹੈ, ਤੇ ਗੁਰੂ ਘਰਾਂ ਦੇ ਅੰਦਰ ਰਾਗ ਵੀ ਜੋ ਹੈ ਨਾ
ਉਹ ਬਸੰਤ ਰਾਗ ਵਿੱਚ ਸਾਧ ਸੰਗਤ ਜੀ ਉਸ ਸਮੇਂ ਕੀਰਤਨ ਗਾਇਆ ਜਾਂਦਾ ਹੈ। ਤੇ ਬਸੰਤ ਕੀ ਵਾਰ ਵੀ ਰਾਗੀ ਸਿੰਘ ਜਿਹੜੇ ਹਨ ਉਹ ਗਾਇਨ ਕਰਦੇ ਹੈ। ਤੇ ਤਖਤ ਸਾਹਿਬ ਜੀ ਦੀ ਪੁਰਾਤਨ ਮਰਿਆਦਾ ਹੈ ਕਿ ਸਤਿਗੁਰੂ ਜੀ ਦਾ ਜਿਹੜਾ ਪਹਿਲਾ ਸ਼੍ਰੀ ਮੁਖ ਵਾਕ ਹੈ ਉਹ ਫਿਰ ਬਸੰਤ ਰਾਗ ਵਿੱਚੋਂ ਲਿਆ ਜਾਂਦਾ ਹੈ। ਤੋ ਜਦੋਂ ਬਸੰਤ ਦੀ ਇਹ ਸਾਧ ਸੰਗਤ ਜੀ ਰਾਗ ਦਾ ਵਕਤ ਚੱਲਦਾ ਹੈ ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਵੇਂ ਇਹ ਚੇਤਰ ਦੇ ਮਹੀਨੇ ਦੁਆਰਾ ਮਹਾਰਾਜ ਸਿੱਖਿਆ ਦਿੰਦੇ ਆ, ਪਿਆਰ ਨਾਲ ਸਰਵਣ ਕਰੀਏ। ਚੇਤ ਗੋਵਿੰਦ ਆਰਾਧਿਆ। ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਆ ਕਿ ਚੇਤ ਗੋਬਿੰਦ ਆਰਾਧਿਆ। ਚੇਤਰ ਦੇ ਮਹੀਨੇ ਵਿੱਚ ਗੁਰਸਿੱਖੋ ਜੋ ਗੋ ਕਹੀਏ ਇੰਦਰੀਆਂ ਦੀ ਬਿੰਦ ਪਾਲਣਾ ਕਰਨ ਵਾਲਾ ਹੈ ਨਾ ਵਾਹਿਗੁਰੂ, ਮਹਾਰਾਜ ਕਹਿੰਦੇ ਨੇ ਉਸ ਦੀ ਆਰਾਧਨਾ ਕਰੀਏ ਵਾਹਿਗੁਰੂ ਦੀ। ਸਾਧ ਸੰਗਤ ਜੀ ਚੇਤਰ ਦਾ ਮਹੀਨਾ ਅਸਲ ਵਿੱਚ ਇਹ ਸਤਿਗੁਰੂ ਜੀ ਸਾਰੇ ਮਹੀਨੇ ਮਨੁੱਖਾ ਸਰੀਰ ਤੇ ਟਿਕਾਉਂਦੇ ਹੈ। ਮਹਾਰਾਜ ਕਹਿੰਦੇ ਭਾਈ ਚੇਤਰ ਦਾ ਮਹੀਨਾ ਕਿਹੜਾ ਹੈ? ਮਨੁੱਖਾ ਸਰੀਰ ਹੀ ਚੇਤਰ ਦਾ ਮਹੀਨਾ ਹੈ, ਕਿਉਂਕਿ ਇਹ ਮਨੁੱਖਾ ਜਨਮ ਤੈਨੂੰ ਚੇਤਾ ਕਰਨ ਵਾਸਤੇ ਮਿਲਿਆ ਹੈ। ਪਰਮੇਸ਼ਰ ਦੀ ਜਿਹੜੀ ਹੈ ਉਹਦੇ ਨਾਮ ਦਾ ਚਿੰਤਨ ਕਰਨ ਵਾਸਤੇ ਪ੍ਰਾਪਤ ਹੋਇਆ ਹੈ। ਚੇਤਾ ਆਈ ਤਾਂ ਚੇਤ ਸਾਹਿਬ ਸੱਚਾ ਸੋ ਧਣੀ। ਮਹਾਰਾਜ ਕਹਿੰਦੇ ਆ ਚੇਤਾ ਆਈ ਤਾਂ ਚੇਤ। ਜੇ ਤੈਨੂੰ ਚੇਤਾ ਏ, ਕਾਹਦਾ ਚੇਤਾ ਹੈ ਮਹਾਰਾਜ? ਸਤਿਗੁਰੂ ਜੀ ਕਹਿੰਦੇ ਨੇ ਜਦੋਂ ਮਾਤਾ ਦੇ ਗਰਭ ਵਿੱਚ ਸੀਗਾ ਨਾ ਤੂੰ, ਮੁਖ ਤਲੈ ਪੈਰ ਉੱਪਰੇ ਵਸੰਦੋ ਕੋਹਥੜੈ ਥਾਏ। ਜਦੋਂ ਔਖੇ ਥਾਂ ਤੇ ਵਸ ਰਿਹਾ ਸੀ, ਬੜਾ ਜਿਹੜਾ ਤੇਰਾ ਉਸ ਸਮੇਂ ਕਸ਼ਟ ਭਰਿਆ ਸਮਾਂ ਸੀਗਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਉਦੋਂ ਸਵਾਸ ਸਵਾਸ ਭਜਨ ਕਰ ਰਿਹਾ ਸੈਂ ਤੇ ਵਾਹਿਗੁਰੂ ਦੇ ਅੱਗੇ ਅਰਦਾਸ ਕਰਦਾ ਸੈਂ, ਮਹਾਰਾਜ ਮੈਨੂੰ ਇਸ ਕਸ਼ਟ ਤੋਂ ਨਿਜਾਤ ਦੇ। ਪੁੱਠਾ ਲਟਕਣਾ ਸੌਖਾ ਨਹੀਂ ਹੈ, ਬਹੁਤ ਔਖਾ ਸੈਂ ਉਸ ਸਮੇਂ। ਮਾਤਾ ਦੇ ਜੋ ਖਾਧੇ ਹੋਏ ਰੋੜ ਵੀ ਜਿੱਥੇ ਹਜਮ ਹੋ ਜਾਂਦੇ ਐ, ਐਸੀ ਜਠਰ ਅਗਨੀ ਦੇ ਵਿੱਚ ਤੇਰਾ ਸਰੀਰ ਵਾਹਿਗੁਰੂ ਨੇ ਉਸ ਸੇਕ ਤੋਂ ਬਚਾ ਕਰਕੇ ਰੱਖਿਆ। ਫੁੱਲ ਨਾਲੋਂ ਵੀ ਨਰਮ ਸਰੀਰ ਸੀਗਾ ਤੇ ਸਿਮਰਨ ਦੀ ਤਾਕਤ ਨਾਲ ਬਚਿਆ। ਮਹਾਰਾਜ ਕਹਿੰਦੇ ਉਦੋਂ ਤੋਂ ਇਕਰਾਰ ਕੀਤੇ ਸੀ ਪਰਮੇਸ਼ਰ ਦੇ ਨਾਲ। ਚੇਤਾ ਹੀ ਤੈਨੂੰ ਮਹਾਰਾਜ ਚੇਤਾ ਕਰਾਉਂਦੇ ਆ, ਤਾਂ ਹੀ ਕਿਹਾ ਨਾ ਚੇਤਾ ਆਈ ਤਾਂ ਚੇਤ। ਜੇ ਤੈਨੂੰ ਚੇਤਾ ਹੈਗਾ ਤੇ ਫਿਰ ਚੇਤ ਲੈ, ਵਾਹਿਗੁਰੂ ਨੂੰ ਚੇਤੇ ਕਰ। ਤੇ ਜੀਵ ਜਦੋਂ ਜਨਮ ਲੈ ਲੈਂਦਾ ਹੈ ਫਿਰ ਸਾਧ ਸੰਗਤ ਜੀ ਅਗਿਆਤ ਹੋ ਜਾਂਦਾ ਹੈ, ਸਭ ਕੁਝ ਹੀ ਭੁੱਲ ਜਾਂਦਾ ਹੈ। ਜਿਵੇਂ ਜਿਵੇਂ ਜਵਾਨ ਹੁੰਦਾ ਹੈ ਨਾ, ਤਿਵੇਂ ਤਿਵੇਂ ਬਚਪਨ ਦੇ ਸੰਸਕਾਰ ਵੀ ਇਹਨੂੰ ਕਈ ਭੁੱਲਦੇ ਜਾਂਦੇ ਆ। ਕਈ ਗੱਲਾਂ ਮਾਤਾ ਪਿਤਾ ਚੇਤਾ ਕਰਾਉਂਦੇ ਆ, ਪਰ ਉਦੋਂ ਅਗਿਆਤ ਬੁੱਧੀ ਹੁੰਦੀ ਹੈ। ਜਿਵੇਂ ਜਿਵੇਂ ਫਿਰ ਸਾਧ ਸੰਗਤ ਜੀ ਇਹ ਵੱਡਾ ਹੁੰਦਾ ਹੈ, ਸਰੀਰ ਦੇ ਅੰਦਰ ਬਲ ਪੈਂਦਾ ਹੈ, ਇਹਦੇ ਸਰੀਰ ਦੀਆਂ ਅਵਸਥਾਵਾਂ ਬਦਲਦੀਆਂ ਹਨ। ਮਾਝ ਰਾਗ ਦੀ ਜਦੋਂ ਵਾਰ ਆਰੰਭ ਹੁੰਦੀ ਹੈ ਨਾ, ਸਤਿਗੁਰਾਂ ਜੀ ਨੇ ਉੱਥੇ ਇਹ 10 ਅਵਸਥਾਵਾਂ ਮਹਾਰਾਜ ਕਹੀਆਂ ਨੇ ਤੇ ਵਿਦਵਾਨਾਂ ਨੇ ਇਹ 12 ਅਵਸਥਾਵਾਂ ਦਸੀਆਂ ਹਨ, ਕਿਉਂਕਿ ਸਤਿਗੁਰਾਂ ਜੀ ਨੇ ਇਹ 12 ਮਾਹ ਦੇ ਵਿੱਚ 12 ਅਵਸਥਾਵਾਂ ਹੀ ਜਾਣੋ ਕਥਨ ਕਰ ਦਿੱਤੀਆਂ ਹਨ। ਜੇ ਤਾਂ ਸਤਸੰਗਤ ਹੋ ਜਾਵੇ ਨਾ, ਫਿਰ 11ਵੀਂ ਅਵਸਥਾ ਗਿਆਨ ਦੀ ਹੈ ਤੇ ਫਿਰ ਸਾਧ ਸੰਗਤ ਜੀ 12ਵੀਂ ਅਵਸਥਾ ਜਿਹੜੀ ਉਹ ਬ੍ਰਹਮ ਗਿਆਨ ਦੀ ਹੈ। ਤੇ ਜੇ ਸਤਸੰਗਤ ਨਹੀਂ ਕਰਦਾ ਫਿਰ ਉਹਨਾਂ 10 ਅਵਸਥਾ ਵਿੱਚ ਹੀ ਰਹਿ ਕਰਕੇ ਤੇ ਸਰੀਰ ਇਹਦਾ ਸਮਾਪਤ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜੋ ਉਹ ਅਵਸਥਾਵਾਂ ਗਿਣੀਆਂ ਨੇ, ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਇਆ ਭਾਬੀ ਬੇਬ, ਚੌਥਾ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੈ ਜਾਤ, ਸਤਵੇਂ ਸੰਝ ਕੀਆ ਘਰ ਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ, ਨੌਵੇਂ ਧੌਲੇ ਉੱਭੇ ਸਾਹ, ਦਸਵੇਂ ਦੱਦਾ ਹੋਆ ਸਵਾਹ। ਇਹ ਸਤਿਗੁਰਾਂ ਜੀ ਨੇ 10 ਅਵਸਥਾ ਗਿਣੀਆਂ। ਫਿਰ ਅੱਗੇ ਉਮਰਾਂ ਦੀ ਵੀ ਗਿਣਤੀ ਕੀਤੀ ਹੈ। 10 ਬਾਲਪਣ, 20 ਰਵਣ, 30 ਕਾ ਸੁੰਦਰ ਕਹਾਵੈ,
40 ਸੀਪਰ ਹੋਏ 85 ਪਗ ਖਿਸੈ 60 ਕੇ ਬੁਢੇਪਾ ਆਵੈ 17 ਕਾ ਮਤਹੀਣ 80 ਕਾ ਵਿਹਾਰ ਨ ਪਾਵੈ 90 ਕਾ ਸਹਿਜਾ ਸਣੀ ਮੂਲ ਨ ਜਾਣੈ ਅਪ ਬਲ ਟੰਡੋਲਮ ਢੂੰਡਮ ਡਿਠ ਮੈਂ ਨਾਨਕ ਜਗ ਧੂਏ ਕਾ ਧਵਲ ਹਰ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਮਨੁੱਖਾ ਸਰੀਰ ਦਿਖਾਇਆ ਹੈ ਤੇ ਮਹਾਰਾਜ ਕਹਿੰਦੇ ਤੈਨੂੰ ਚੇਤਾ ਨਹੀਂ ਰਿਹਾ। ਜੇ ਨਹੀਂ ਰਿਹਾ ਤੇ ਹਜੂਰ ਕਹਿੰਦੇ ਹੁਣ ਤੈਨੂੰ ਚੇਤਾ ਕਰਾ ਦਿੰਨੇ ਆ। ਤੇ ਕਬੀਰ ਸਾਹਿਬ ਜੀ ਕਹਿੰਦੇ ਆ ਜੇ ਕੋਈ ਚੇਤਾ ਕਰੇ ਤੇ ਚੇਤੇ ਕਰਨ ਨਾਲ ਕੀ ਹੁੰਦਾ ਹੈ। ਕਬੀਰ ਜੀ ਕਹਿੰਦੇ ਚੇਤਤ ਚੇਤਤ ਨਿਕਸਿਓ ਨੀਰ ਸੋ ਜਲ ਨਿਰਮਲ ਕਥਤ ਕਬੀਰ। ਕਬੀਰ ਜੀ ਕਹਿੰਦੇ ਚੇਤਾ ਕਰੀ ਜਾਵੇਂਗਾ ਨਾ ਤੇ ਤੇਰੇ ਅੰਦਰੋਂ ਉਹ ਨਾਮ ਅੰਮ੍ਰਿਤ ਜਿਹੜਾ ਨਾ ਨਿਰਮਲ ਉਹ ਪ੍ਰਗਟ ਹੋ ਜਾਵੇਗਾ। ਇਹੋ ਜਿਹਾ ਉਹ ਸੋਮਾ ਹੈ। ਜਦੋਂ ਉਹ ਪ੍ਰਗਟ ਹੋਵੇਗਾ ਫਿਰ ਕੀ ਹੋਵੇਗਾ। ਸਤਿਗੁਰੂ ਜੀ ਫਰਮਾਉਂਦੇ ਹਨ ਚੇਤ ਗੋਬਿੰਦ ਆਰਾਧਿਆ। ਮਹਾਰਾਜ ਕਹਿੰਦੇ ਚੇਤਰ ਦਾ ਮਹੀਨਾ ਤੇਰਾ ਇਹ ਮਨੁੱਖਾ ਜਨਮ ਹੀ ਹੈ। ਇਹਦੇ ਵਿੱਚ ਵਾਹਿਗੁਰੂ ਦੇ ਨਾਮ ਨੂੰ ਸਤਿਗੁਰੂ ਜੀ ਕਹਿੰਦੇ ਮਨ ਬਾਣੀ ਸਰੀਰ ਕਰਕੇ ਭਾਈ ਆਰਾਧਨਾ ਕਰੀਏ ਚੇਤਨਾ ਕਰੀਏ। ਸਤਿਗੁਰੂ ਜੀ ਨੇ ਕਿਹਾ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਛਿਨ ਛਿਨ ਆਉਦ ਬਿਹਾਤ ਹੈ ਫੂਟੈ ਘਟ ਜਿਉ ਪਾਨੀ। ਮਹਾਰਾਜ ਕਹਿੰਦੇ ਚੇਤਨਾ ਹੈ ਤੋ ਚੇਤ ਲੈ। ਜੇ ਚੇਤਨਾ ਬੁੱਧੀ ਦਾ ਨਾਮ ਹੈ। ਮਹਾਰਾਜ ਕਹਿੰਦੇ ਜੇ ਤੇਰੇ ਵਿੱਚ ਕੋਈ ਅਕਲ ਹੈ ਨਾ ਬੁੱਧੀ ਹੈ ਤੇ ਫਿਰ ਪਰਮੇਸ਼ਰ ਦਾ ਚੇਤਾ ਕਰ ਲੈ। ਸਾਧ ਸੰਗਤ ਜੀ ਕਾਦੀ ਸਿਆਣਪ ਹੈ। ਬੜੇ ਬੜੇ ਸਿਆਣੇ ਤੇ ਫਿਰ ਸਾਧ ਸੰਗਤ ਜੀ ਬਕਾਰਾਂ ਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਕਮਲਿਆਂ ਹੋਣਾ ਪੈਂਦਾ ਹੈ। ਬਹੁਤ ਜ਼ਿਆਦੀ ਅਪਕੀਰਤੀ ਹੁੰਦੀ ਹੈ ਬੜਾ ਅਪਜਸ ਹੁੰਦਾ ਹੈ। ਤੋ ਸਾਰੀ ਸਿਆਣਪ ਮਿੱਟੀ 'ਚ ਹੀ ਮਿਲ ਜਾਂਦੀ ਹੈ। ਇਹ ਵਿਸ਼ੇ ਵਕਾਰ ਰੋਲ ਦਿੰਦੇ ਹੈ। ਮਹਾਰਾਜ ਕਹਿੰਦੇ ਜੇ ਤੇਰੇ ਵਿੱਚ ਚੇਤਨਾ ਬੁੱਧੀ ਹੈ ਤੇ ਫਿਰ ਤੂੰ ਅਕਲ ਤੋਂ ਕੰਮ ਲੈ ਚੇਤਨਾ ਹੀ ਤਾਂ ਚੇਤ ਲੈ। ਫਿਰ ਪਰਮੇਸ਼ਰ ਦਾ ਚੇਤਾ ਕਰ ਲੈ ਵਾਹਿਗੁਰੂ ਨੂੰ ਯਾਦ ਕਰ ਲੈ। ਨਹੀਂ ਤਾਂ ਮਹਾਰਾਜ ਕਹਿੰਦੇ ਛਿਨ ਛਿਨ ਦੀ ਸੰਗਿਆ ਕਰਕੇ ਜਿਹੜੀ ਸਵਾਸਾਂ ਰੂਪੀ ਪਾਣੀ ਹੈ ਨਾ ਇਹ ਤੇਰੇ ਸਰੀਰ ਰੂਪੀ ਘੜੇ ਚੋਂ ਮਹਾਰਾਜ ਕਹਿੰਦੇ ਨਿਕਲਦਾ ਜਾ ਰਿਹਾ ਹੈ। ਚੇਤਨਾ ਹੈ ਤੋ ਚੇਤ ਲੈ। ਜੇ ਤਾਂ ਤੇਰੇ ਵਿੱਚ ਚੇਤਨ ਸੱਤਾ ਹੈਗੀ ਹੈ ਜਿਉਂਦਾ ਜਾਗਦਾ ਤੇ ਪਰਮੇਸ਼ਰ ਦਾ ਭਜਨ ਕਰ ਲੈ ਨਹੀਂ ਤੇ ਮੁਰਦਾ ਹੋ ਕੇ ਤੇ ਕਰਨਾ ਹੀ ਕੀ ਹੈ। ਫਿਰ ਜੇ ਤੂੰ ਜਿਉਂਦਾ ਜਾਗਦਾ ਨਾ ਤੇ ਫਿਰ ਪਰਮੇਸ਼ਰ ਦਾ ਭਜਨ ਕਰ ਲੈ। ਫਿਰ ਇਹੀ ਮਹਾਰਾਜ ਕਹਿੰਦੇ ਚੇਤਨਾ ਹੈ ਤੋ ਚੇਤ ਲੈ। ਜੇ ਤੈਨੂੰ ਚੇਤਾ ਹੀ ਮਾਤਾ ਦੇ ਗਰਭ ਵਿੱਚ ਕੀਤਾ ਇਕਰਾਰਾਂ ਦਾ ਗੁਰਮੁਖਾਂ ਕਰਾਂ ਉੱਪਰ ਹਰ ਚੇਤਿਆ। ਕੀਤੇ ਹੋਏ ਕਰਾਰਾਂ ਦਾ ਉਹਨਾਂ ਨੂੰ ਚੇਤਾ ਸੀ। ਮਹਾਰਾਜ ਨਾਲ ਬਚਨ ਕਰਕੇ ਧਰਤੀ ਤੇ ਇਸ ਮਾਤ ਲੋਕ ਵਿੱਚ ਜਨਮ ਲਿਆ ਹੈ। ਇਸ ਕਰਕੇ ਪਰਮੇਸ਼ਰ ਨੂੰ ਮਹਾਰਾਜ ਕਹਿੰਦੇ ਚੇਤ ਗੋਬਿੰਦ ਆਰਾਧੀ ਹੈ। ਇਸ ਮਨੁੱਖਾ ਜਨਮ ਰੂਪੀ ਚੇਤਰ ਦੇ ਮਹੀਨੇ ਵਿੱਚ ਚੇਤ ਮਹਾਰਾਜ ਕਹਿੰਦੇ ਚੇਤੇ ਕਰ ਲੈ। ਸਤਿਗੁਰੂ ਜੀ ਕਹਿੰਦੇ ਆਰਾਧਨਾ ਕਰ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਉਸ ਦੀ ਆਰਾਧਨਾ ਕਰ। ਹੋਵੇ ਆਨੰਦ ਘਣਾ। ਮਹਾਰਾਜ ਜਦੋਂ ਆਰਾਧਾਂਗੇ ਚੇਤਾ ਕਰਾਂਗੇ ਤੇ ਮਹਾਰਾਜ ਕੀ ਹੋਵੇਗਾ। ਸਤਿਗੁਰੂ ਜੀ ਕਹਿੰਦੇ ਹੋਵੇ ਆਨੰਦ ਘਣਾ। ਘਣਾ ਬਹੁਤਾ ਆਨੰਦ ਸਤਿਗੁਰੂ ਜੀ ਕਹਿੰਦੇ ਪ੍ਰਗਟ ਹੋ ਜਾਵੇਗਾ। ਸਾਧ ਸੰਗਤ ਜੀ ਸੰਸਾਰ ਨੇ ਆਪੋ ਆਪਣੇ ਤਰੀਕੇ ਦੇ ਆਨੰਦ ਮੰਨੇ ਹੋਏ ਹੈ। ਪੱਛਮੀ ਦੇਸ਼ਾਂ ਵਿੱਚ ਵਿਸ਼ੇ ਆਨੰਦ ਨੂੰ ਹੀ ਚਰਮ ਸੀਮਾ ਦਾ ਆਨੰਦ ਮੰਨਦੇ ਆ। ਇਸ ਤੋਂ ਅੱਗੇ ਹੋਰ ਆਨੰਦ ਉਹਨਾਂ ਨੂੰ ਪਤਾ ਹੀ ਨਹੀਂ। ਵਿਸ਼ਿਆਂ ਭੋਗਾਂ ਦੇ ਭੋਗਣ ਵਿੱਚ ਲੱਗੇ ਰਹਿੰਦੇ ਆ। ਇਹ ਸਾਧ ਸੰਗਤ ਜੀ ਜਿਹੜਾ ਘਣਾ ਆਨੰਦ ਹੈ ਨਾ ਇਹਦੀ ਬਾਬਤ ਘਣਾ ਸ਼ਬਦ ਸਤਿਗੁਰਾਂ ਨੇ ਤਾਂ ਵਰਤਿਆ ਕਿ ਇਹਦੀ ਬਹੁਤਾਤ ਨੂੰ ਦੱਸਿਆ ਨਹੀਂ ਜਾ ਸਕਦਾ। ਇਸ ਆਨੰਦ ਨੂੰ ਸ਼ਬਦਾਂ ਰਾਹੀਂ ਪ੍ਰਗਟ ਕਰਕੇ ਦੱਸਿਆ ਨਹੀਂ ਜਾ ਸਕਦਾ। ਪ੍ਰਮਾਣ ਦਿੱਤੇ ਆ ਵਿਦਵਾਨ ਪੁਰਖਾਂ ਨੇ। ਪਹਿਲਾਂ ਸਾਧ ਸੰਗਤ ਜੀ ਜਦੋਂ ਆਨੰਦ ਆਉਂਦਾ ਨਾ ਸੰਗਤ ਵਿੱਚ ਬੈਠਿਆਂ ਬਾਣੀ ਪੜ੍ਹਦਿਆਂ ਕਥਾ ਕੀਰਤਨ ਸੁਣਦਿਆਂ ਇਹ ਆਨੰਦ ਬਰਕਰਾਰ ਰਹਿੰਦਾ। ਤੇ ਜਦੋਂ ਬਾਣੀ ਪੜ੍ਹਨੋਂ ਹਟ ਜਾਓ ਤੇ ਸੰਗਤ ਨਾ ਕਰੀਏ ਤੇ ਫਿਰ ਇਹ ਆਨੰਦ ਨਹੀਂ ਰਹਿੰਦਾ। ਉਹ ਸੁੱਖ ਜਿਹੜਾ ਨਾ ਉਹ ਸਦਾ ਨਹੀਂ ਬਣਿਆ ਰਹਿੰਦਾ ਹੈ। ਜਿਵੇਂ ਜਦੋਂ ਗਰਮੀ ਦੀ ਰੁੱਤ ਆਉਂਦੀ ਹੈ ਨਾ ਫਿਰ ਸਾਧ ਸੰਗਤ ਜੀ ਪਹਾੜਾਂ ਤੋਂ ਕੀ ਹੁੰਦਾ ਹੈ ਕਿ ਬਰਫ਼ ਜਿਹੜੀ ਉਹ ਢਲਦੀ ਹੈ
ਤੇ ਨਦੀਆਂ 'ਚ ਜਿਹੜਾ ਉਹ ਪਾਣੀ ਫਿਰ ਬੜਾ ਚੜ ਜਾਂਦਾ ਹੈ, ਵਗਦੀਆਂ ਭਰ ਭਰ ਕੇ ਨਦੀਆਂ। ਤੇ ਜਦੋਂ ਬਰਫ਼ ਜੰਮ ਜਾਂਦੀ ਹੈ ਬਰਬਦਾਂ ਦੇ ਅੰਦਰ, ਫਿਰ ਸਾਧ ਸੰਗਤ ਜੀ ਕੀ ਹੈ ਕਿ ਨਦੀਆਂ 'ਚ ਪਾਣੀ ਜਿਹੜਾ ਘਟ ਜਾਂਦਾ ਹੈ। ਕਈ ਨਦੀਆਂ ਤੇ ਸੁੱਕ ਜਾਂਦੀਆਂ ਸਰਦੀ ਦੀ ਰੁੱਤ ਦੇ ਅੰਦਰ, ਜਦੋਂ ਪਹਾੜਾਂ ਤੋਂ ਹੀ ਬਰਫ਼ ਨਹੀਂ ਪਿਘਲਦੀ। ਉਹ ਕੀ ਹੈ ਕਿ ਨਦੀਆਂ ਹਨ ਸਾਡੀਆਂ ਇੰਦਰੀਆਂ, ਤੇ ਇਸ਼ਟ ਦੇਵ ਹੈ ਸਾਡੇ ਪਹਾੜ ਦੀ ਨਿਆਈ। ਜਦੋਂ ਗੁਰੂ ਸਾਹਿਬ ਜੀ ਦੇ ਸਾਹਮਣੇ ਗਿਆਨ ਦੀ ਦਾਤ ਪ੍ਰਾਪਤ ਕਰਦਾ ਨਾ ਕੋਈ ਪ੍ਰਾਣੀ, ਤੇ ਗਿਆਨ ਦੇ ਪ੍ਰਕਾਸ਼ ਨਾਲ ਸਾਧ ਸੰਗਤ ਜੀ ਉਹਦੀ ਜੜਤਾ ਰੂਪੀ ਬਰਫ਼ ਜਿਹੜੀ ਉਹ ਘਲਦੀ ਹੈ। ਤੇ ਫਿਰ ਕੀ ਹੁੰਦਾ ਹੈ, ਪ੍ਰੇਮ ਰੂਪੀ ਪਾਣੀ ਦਾ ਪ੍ਰਵਾਹ ਜਿਹੜਾ ਹੈ ਨਾ ਉਹ ਇੰਦਰੀਆਂ ਰੂਪੀ ਨਦੀਆਂ ਵਿੱਚ ਬੜਾ ਹੀ ਚੜ ਜਾਂਦਾ ਹੈ। ਪ੍ਰੇਮ ਦੇ ਵੇਗ ਦੇ ਨਾਲ ਸਭ ਹੀ ਸੰਕਲਪ ਵਿਕਲਪ ਖਤਮ ਹੋ ਜਾਂਦੇ ਆ। ਇਉਂ ਹੀ ਜਿਨ੍ਹਾਂ ਨੂੰ ਆਨੰਦ ਆਉਣ ਲੱਗ ਪੈਂਦਾ ਫਿਰ ਉਹ ਬਾਹਲੀ ਸਤਸੰਗਤ ਕਰਦੇ ਆ, ਕਿਉਂਕਿ ਜਦੋਂ ਫਿਰ ਆਪਣੇ ਇਸ਼ਟ ਦੇਵ ਰੂਪੀ ਪਹਾੜ ਤੋਂ ਪਾਸੇ ਹਟ ਜਾਂਦੇ ਆ, ਭਾਵ ਸੰਗਤ ਨਹੀਂ ਕਰਦੇ, ਬਾਣੀ ਨਹੀਂ ਪੜ੍ਹਦੇ, ਤੇ ਫਿਰ ਸਾਧ ਸੰਗਤ ਜੀ ਉਹ ਇੰਦਰੀਆਂ ਰੂਪੀ ਨਦੀਆਂ ਫਿਰ ਸੁੱਕ ਜਾਂਦੀਆਂ ਹਨ। ਫਿਰ ਉਹਨਾਂ ਵਿੱਚ ਪ੍ਰੇਮ ਦੀ ਬਹੁਬਲਤਾ ਨਹੀਂ ਰਹਿੰਦੀ ਹੈ, ਪ੍ਰੇਮ ਰੂਪੀ ਜਲ ਜਿਹੜਾ ਉਹ ਨਹੀਂ ਰਹਿੰਦਾ। ਕਿੱਥੇ ਭਰ ਭਰ ਕੇ ਨਦੀਆਂ ਵਗਦੀਆਂ ਜਦੋਂ ਗਰਮੀਆਂ ਦੀ ਰੁੱਤ ਵਿੱਚ ਪਹਾੜਾਂ ਤੇ ਬਰਫ਼ ਪਿਘਲਦੀ ਹੈ। ਜਦੋਂ ਸਤਿਗੁਰਾਂ ਜੀ ਦੇ ਸਾਹਮਣੇ ਬੈਠ ਕਰਕੇ ਕਥਾ ਸੁਣੀਏ, ਕੀਰਤਨ ਸੁਣੀਏ, ਅੰਮ੍ਰਿਤ ਵੇਲੇ ਉੱਠ ਕੇ ਭਜਨ ਕਰੀਏ, ਬਾਣੀ ਪੜ੍ਹੀਏ, ਫਿਰ ਸਾਧ ਸੰਗਤ ਜੀ ਇਹ ਇੰਦਰੀਆਂ ਰੂਪੀ ਨਦੀਆਂ ਜਿਹੜੀਆਂ ਪਿਆਰ ਜਲ ਨਾਲ ਲਵਾ ਲਵ ਭਰੀਆਂ ਹੀ ਰਹਿੰਦੀਆਂ ਹਨ, ਤੇ ਬਹੁਤ ਸੁਖ ਬਣਿਆ ਰਹਿੰਦਾ ਹੈ। ਫਿਰ ਸਾਧ ਸੰਗਤ ਜੀ ਕੀ ਹੈ, ਜਿਹੜੇ ਤਤ ਵੇਤੇ ਹੈ, ਗੁਰਮੁਖ ਹੈ, ਉਹਨਾਂ ਨੂੰ ਇਸ ਮਾਰਗ ਤੇ ਚੱਲਦਿਆਂ ਕਮਾਈ ਕਰਦਿਆਂ ਹੋਵੇ ਆਨੰਦ ਘਣਾ। ਇੰਨਾ ਘਣਾ ਆਨੰਦ ਪ੍ਰਗਟ ਹੋ ਜਾਂਦਾ ਹੈ ਕਿ ਜਿਵੇਂ ਸਮੁੰਦਰ ਦਾ ਜਲ ਹੁੰਦਾ ਹੈ ਨਾ, ਇਵੇਂ ਸਾਧ ਸੰਗਤ ਜੀ ਸਮੁੰਦਰ ਦੇ ਜਲ ਵਾਂਗੂ ਫਿਰ ਉਹ ਸਦਾ ਹੀ ਉਹਨਾਂ ਦੇ ਅੰਦਰ ਪਿਆਰ ਉਮਗਦਾ ਰਹਿੰਦਾ ਹੈ। ਉਹ ਆਪ ਹੀ ਸਤਿਗੁਰੂ ਜੀ ਦੀ ਬਾਣੀ ਦਾ, ਨਾਮ ਦਾ ਇਹੋ ਜਿਹਾ ਸੋਮਾ ਬਣ ਜਾਂਦੇ ਹੈ ਕਿ ਹੋਰਨਾਂ ਵੀ ਸੁੱਕੀਆਂ ਸੜੀਆਂ ਹੋਈਆਂ ਰੂਹਾਂ ਨੂੰ ਤਰੋ ਤਾਜ਼ਗੀ ਦੇਣ ਦੇ ਸਮਰੱਥ ਹੋ ਜਾਂਦੇ ਆ। ਸਮੁੰਦਰ ਦੇ ਅੰਦਰ ਸਾਧ ਸੰਗਤ ਜੀ ਜਿਹੜੀ ਹੈ ਉਹ ਬੜਵਾ ਨਲ ਮੰਨੀ ਜਾਂਦੀ ਹੈ। ਬੜਵਾ ਨਲ ਦੇ ਨਾਲ ਸਮੁੰਦਰ ਦਾ ਪਾਣੀ ਭਾਵੇਂ ਸੜਦਾ ਰਹਿੰਦਾ ਬਹੁਤ ਜ਼ਿਆਦਾ, ਪਰ ਫਿਰ ਵੀ ਸਮੁੰਦਰ ਨੂੰ ਕੋਈ ਫਰਕ ਨਹੀਂ ਪੈਂਦਾ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਉਹਨਾਂ ਦੇ ਅੰਦਰ ਇਹੋ ਜਿਹਾ ਆਨੰਦ ਪ੍ਰਗਟ ਹੋ ਜਾਂਦਾ ਹੈ। ਸੰਸਾਰ ਦੇ ਅੰਦਰ ਬਹੁਤ ਸਾਰੇ ਉਤਰਾਅ ਚੜਾਅ ਆਉਂਦੇ ਹੈ, ਦੁੱਖ ਵੀ ਲੱਗਦੇ ਹੈ, ਸਰੀਰ ਨੂੰ ਹੀ ਹੁੰਦੇ, ਉਹਨਾਂ ਨੂੰ ਮਨ ਨੂੰ ਨਹੀਂ ਕੋਈ ਵੀ ਦੁੱਖ ਹੁੰਦਾ। ਸੁੱਖ ਵੀ ਆਉਂਦੇ ਹੈ ਤੇ ਤਾਂ ਵੀ ਮਨ ਸੁੱਖਾਂ ਵਿੱਚ ਲਪਾਏਮਾਨ ਹੀ ਨਹੀਂ ਹੁੰਦਾ। ਇਹ ਆਸਾ ਤ੍ਰਿਸ਼ਨਾ ਦੀ ਭਾਵੇਂ ਕਿੰਨੀ ਅਗਨੀ ਜਿਹੜੀ ਆ ਉਹ ਬਲਦੀ ਰਹੇ, ਉਹ ਸਾਧ ਸੰਗਤ ਜੀ ਉਹਨਾਂ ਦੇ ਅੰਦਰ ਆਨੰਦ ਨਹੀਂ ਘਟਦਾ ਹੈ। ਸਮੁੰਦਰ ਵਰਗਾ ਆਨੰਦ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਘਣਾ ਆਨੰਦ ਹੈ, ਬਾਹਲਾ ਆਨੰਦ ਹੈ ਜਿਸ ਨੂੰ ਸ਼ਬਦਾਂ ਨਾਲ ਬੋਲ ਕੇ ਨਹੀਂ ਦੱਸਿਆ ਜਾ ਸਕਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰਸਿੱਖੋ, ਜੇ ਇਸ ਮਹੀਨੇ ਵਿੱਚ ਵਾਹਿਗੁਰੂ ਦੀ ਆਰਾਧਨਾ ਕਰੋਗੇ, ਇਹ ਨਹੀਂ ਕਿ ਹੁਣ ਹੋਰਨਾਂ ਮਹੀਨਿਆਂ ਵਿੱਚ ਨਹੀਂ ਆਨੰਦ ਪ੍ਰਾਪਤ ਹੁੰਦਾ। ਸਤਿਗੁਰਾਂ ਜੀ ਨੇ ਸਾਧ ਸੰਗਤ ਜੀ ਰੁੱਤ ਦੇ ਮੁਤਾਬਕ ਕਰਨ ਲਈ ਕਰਮ ਪ੍ਰੇਰਨਾ ਕੀਤੀ ਹੈ। ਸਭ ਤੋਂ ਉੱਤਮ ਕਰਮ ਜਿਹੜਾ ਸਾਰੀਆਂ ਰੁੱਤਾਂ ਵਿੱਚ ਫਲੀਭੂਤ ਹੁੰਦਾ ਹੈ ਉਹ ਨਾਮ ਦਾ ਹੈ ਸਾਧ ਸੰਗਤ ਜੀ। ਇਸ ਕਰਕੇ ਸਤਿਗੁਰਾਂ ਜੀ ਨੇ ਇਹ ਜਿਹੜਾ ਹੈ ਆਪਣੀ ਬਾਣੀ ਵਿੱਚ ਫੈਸਲਾ ਦਿੱਤਾ ਹੈ ਕਿ ਹੋਰਨਾਂ ਯੁੱਗਾਂ ਵਿੱਚ ਹੋਰਨਾਂ ਕਰਮਾਂ ਦੇ ਬੀਜ ਬੀਜਣ ਦੀ ਰੁੱਤ ਸੀਗੀ, ਕਲਯੁਗ ਦੇ ਅੰਦਰ ਕੇਵਲ ਨਾਮ ਦੇ ਬੀਜ ਬੀਜਣ ਦੀ ਰੁੱਤ ਹੈ। ਇਸ ਕਰਕੇ ਸਤਿਗੁਰਾਂ ਜੀ ਨੇ ਮਹੀਨਿਆਂ ਦੇ ਫਲਾਦੇਸ਼ ਵਿੱਚ, ਕਿਉਂਕਿ ਇਹ ਸਮਝਿਆ ਜਾਂਦਾ ਹੈ ਕਿ ਕਿਸੇ ਸਿਆਣੇ ਕੋਲੋਂ ਫਲਾਦੇਸ਼ ਸੁਣੀਏ ਤੇ ਮਹੀਨਾ ਚੰਗਾ ਲੰਘਦਾ, ਤੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਦਿੱਤਾ ਹੋਇਆ ਉਪਦੇਸ਼ ਸੁਣੀਏ ਤੇ ਮਹੀਨਾ ਕਿੰਨਾ ਚੰਗਾ ਲੰਘੇਗਾ। ਇਸ ਕਰਕੇ ਸਾਨੂੰ ਸਤਿਗੁਰਾਂ ਜੀ ਦੇ ਉਪਦੇਸ਼ ਮੁਤਾਬਕ ਜਿਹੜਾ ਹੈ ਉਹ ਸਾਧ ਸੰਗਤ ਜੀ ਆਪਣਾ ਜੀਵਨ ਅਮਲ ਵਿੱਚ ਲਿਆਉਣਾ ਚਾਹੀਏ। ਤੋ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਗੁਰਸਿੱਖੋ, ਜਦੋਂ ਇਸ ਮਨੁੱਖਾ ਸਰੀਰ ਰੂਪੀ ਚੇਤਰ ਦੇ ਮਹੀਨੇ ਵਿੱਚ ਜਿਹੜਾ ਪਰਮੇਸ਼ਰ ਦਾ ਚੇਤਾ ਕਰਨ ਲਈ ਪ੍ਰਾਪਤ ਹੋਇਆ ਹੈ, ਪਰਮੇਸ਼ਰ ਦੀ ਯਾਦ ਵਾਸਤੇ ਨਾਮ ਦੇ ਜਪਣ ਲਈ ਮਿਲਿਆ ਹੈ, ਮਹਾਰਾਜ ਕਹਿੰਦੇ ਜਦੋਂ ਆਰਾਧਨਾ ਕਰੋਗੇ ਤੇ ਹਜੂਰ ਕਹਿੰਦੇ ਭਾਈ ਘਣਾ ਬਹੁਤਾ ਆਨੰਦ ਪ੍ਰਗਟ ਹੋਵੇਗਾ।
ਸੰਤ ਜਨਾ ਮਿਲ ਪਾਈਐ। ਸੱਚੇ ਪਾਤਸ਼ਾਹ ਜੀ, ਯਾਦ ਵਿੱਚ ਸਾਡਾ ਮਨ ਜੁੜਦਾ ਨਹੀਂ। ਇਹ ਘਣਾ ਆਨੰਦ ਮਹਾਰਾਜ ਸੱਚੇ ਪਾਤਸ਼ਾਹ ਕਿੱਥੋਂ ਪ੍ਰਾਪਤ ਹੋ ਸਕਦਾ ਹੈ? ਜਦੋਂ ਕਿ ਪਰਮੇਸ਼ਰ ਦੀ ਯਾਦ ਵਿੱਚ ਸਾਡਾ ਮਨ ਜੁੜ ਜਾਵੇ, ਉਹ ਕਿੱਥੇ ਬੈਠ ਕਰਕੇ ਮਹਾਰਾਜ ਸਾਨੂੰ ਪ੍ਰਾਪਤੀ ਹੋ ਸਕਦੀ ਹੈ? ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ, ਸੰਤ ਜਨਾ ਮਿਲ ਪਾਈਐ। ਜਿਹੜੇ ਸੰਤ ਹਨ ਨਾ, ਮਹਾਂਪੁਰਸ਼ ਰੱਬ ਦੇ ਪਿਆਰੇ, ਹਜੂਰ ਕਹਿੰਦੇ ਸੰਤਾਂ ਦੀ ਸੰਗਤ ਵਿੱਚ, ਉਹਨਾਂ ਜਨਾਂ ਪਿਆਰਿਆਂ ਦੀ ਸੰਗਤ ਵਿੱਚ ਮਿਲ ਕਰਕੇ ਗੁਰਸਿੱਖੋ ਇਸ ਘਣੇ ਆਨੰਦ ਨੂੰ ਪ੍ਰਾਪਤ ਕਰੀਦਾ। ਕਿਉਂਕਿ ਜਿਹੜੇ ਆਪ ਜੁੜੇ ਹੋਏ ਹੈ ਨਾ, ਜਿਨ੍ਹਾਂ ਦੇ ਆਪਣੇ ਮਨ ਵਿੱਚ ਪ੍ਰੇਮ ਹੈ, ਉਹਨਾਂ ਦੀ ਸੰਗਤ ਕਰਕੇ ਸਾਧ ਸੰਗਤ ਜੀ ਦੂਸਰੇ ਨੂੰ ਵੀ ਪ੍ਰੇਮ ਲੱਗ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ, ਜਦੋਂ ਭਾਈ ਗੁਰਮੁਖਾਂ ਦੀ ਨਾਮ ਰਸੀਆਂ ਦੀ ਸੰਗਤ ਕਰੋਗੇ, ਉਹਨਾਂ ਜਨਾਂ ਪਿਆਰਿਆਂ ਦੀ ਸੰਗਤ ਵਿੱਚੋਂ ਹੀ ਪਾਈਦਾ ਹੈ ਪਰਮੇਸ਼ਰ ਦੇ ਨਾਮ ਦਾ ਆਨੰਦ। ਰਸਨਾ ਨਾਮ ਪਹਣਾ, ਉਹਨਾਂ ਦੀ ਸੰਗਤ ਕਰਦਿਆਂ ਹੋਇਆਂ ਫਿਰ ਰਸਨਾ ਨਾਮ ਪਣਾ, ਰਸਨਾ ਤੋਂ ਨਾਮ ਨੂੰ ਪਣਾ ਉਚਾਰਨ ਕਰਨਾ, ਰਸਨਾ ਤੋਂ ਜਪਣਾ। ਇਹ ਸਾਧ ਸੰਗਤ ਜੀ ਸੰਗਤ ਕਰਨ ਦੇ ਨਿਯਮ ਹੈ। ਗੁਰਮਤਿ ਵਿੱਚ ਸਾਧ ਸੰਗਤ ਜੀ ਸਤਿਗੁਰਾਂ ਜੀ ਨੇ ਸਾਨੂੰ ਇਹ ਸਾਰੇ ਸਮਝਾਏ ਹੈ ਕਿ ਸੰਗਤ ਕਿਵੇਂ ਕਰੀਦੀ ਹੈ। ਜਦੋਂ ਕਥਾ ਤੇ ਕੀਰਤਨ ਸੁਣੀਏ, ਉਦੋਂ ਗੁਟਕੇ ਸਾਹਿਬ ਤੋਂ ਬਾਣੀ ਪੜ੍ਹਨ ਦਾ ਸਮਾਂ ਨਹੀਂ ਹੁੰਦਾ, ਉਦੋਂ ਕਥਾ ਤੇ ਕੀਰਤਨ ਸੁਣੋ। ਤੇ ਜਦੋਂ ਕਥਾ ਕੀਰਤਨ ਦੀ ਵਿਵਸਥਾ ਨਹੀਂ ਹੈ, ਉਦੋਂ ਤੁਸੀਂ ਆਪ ਦਾ ਗੁਟਕਾ ਸਾਹਿਬ ਤੋਂ ਨਿਤਨੇਮ ਕਰੋ। ਜਦੋਂ ਤੁਹਾਡੇ ਕੋਲ ਸਮਾਂ ਹੈ ਤੇ ਫਿਰ ਇਕਾਗਰ ਚਿੱਤ ਹੋ ਕਰਕੇ ਵਾਹਿਗੁਰੂ ਮੰਤਰ ਦਾ ਜਾਪ ਕਰੋ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਭਾਈ ਜਦੋਂ ਸੰਗਤ ਕਰਨੀ ਹੈ, ਉਦੋਂ ਫਿਰ ਗੁਪਤ ਰਸਨਾ ਨਾਲ ਵਾਹਿਗੁਰੂ ਮੰਤਰ ਦਾ ਜਾਪ ਕਰਨਾ। ਆਪਣੀ ਸੁਰਤ ਜਿਹੜੀ ਹੈ ਨਾ, ਉਹ ਪਰਮੇਸ਼ਰ ਦੇ ਨਾਮ ਵਿੱਚ ਟਿਕਾਉਣੀ। ਤੇ ਨਾਮ ਤੱਕ ਪਹੁੰਚਣ ਵਾਸਤੇ ਜੋ ਮਾਰਗ ਗੁਰੂ ਜੀ ਦੇ ਉਪਦੇਸ਼ ਵਿੱਚ ਦੱਸਿਆ ਜਾ ਰਿਹਾ, ਫਿਰ ਉਸ ਉਪਦੇਸ਼ ਦੇ ਮੁਤਾਬਕ ਸਾਧ ਸੰਗਤ ਜੀ ਤਿਵੇਂ ਆਪਣੇ ਮਨ ਨੂੰ ਜਿਹੜਾ ਹੈ ਨਾ ਪ੍ਰਬੋਧਣਾ, ਕਿ ਇਵੇਂ ਰਾਹ ਲੱਭਦਾ ਹੈ ਰੱਬ ਦੀ ਪ੍ਰਾਪਤੀ ਦਾ, ਇਵੇਂ ਪਰਮੇਸ਼ਰ ਤੱਕ ਪਹੁੰਚਿਆ ਜਾ ਸਕਦਾ ਹੈ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਭਾਈ ਰਸਨਾ ਦੇ ਨਾਲ ਵਾਹਿਗੁਰੂ ਦੇ ਨਾਮ ਨੂੰ ਮਹਾਰਾਜ ਕਹਿੰਦੇ ਭਾਈ ਭਣਾ ਉਚਾਰਨ ਕਰਨਾ ਚਾਹੀਦਾ। ਕਿਉਂਕਿ ਰਸਨਾ ਨਾਲ ਜਪੀਏ ਨਾ, ਇਹ ਪਹਿਲੀ ਸਟੇਜ ਹੀ ਹੈ। ਰਸਨਾ ਨਾਲ ਜਪਦਿਆਂ ਹੌਲੀ ਹੌਲੀ ਫਿਰ ਜਿਹੜੀ ਹੈ ਬੈਖਰੀ ਬਾਣੀ ਤੋਂ ਮੱਧਮਾ ਬਾਣੀ ਵਿੱਚ ਜਾਪ ਆ ਜਾਂਦਾ ਹੈ। ਮੱਧਮਾ ਤੋਂ ਫਿਰ ਮਿਹਨਤ ਕੀਤਿਆਂ ਸਤਿਗੁਰੂ ਦੀ ਰਹਿਮਤ ਨਾਲ, ਕਿਰਪਾ ਨਾਲ ਪਸੰਤੀ ਬਾਣੀ ਦੁਆਰਾ ਜਾਪ ਹੋਣ ਲੱਗ ਪੈਂਦਾ। ਫਿਰ ਸਤਿਗੁਰੂ ਜਦੋਂ ਰਹਿਮਤ ਕਰਦੇ ਆ, ਗੁਰਸਿੱਖ ਘਣੇ ਆਨੰਦ ਵਿੱਚ ਸਮਾਏ ਹੋਏ ਪਰਾ ਬਾਣੀ ਦੁਆਰਾ ਵੀ ਭਜਨ ਕਰਨ ਲੱਗ ਪੈਂਦੇ ਆ। ਇਹ ਗੁਰਮੁਖਾਂ ਦੀ ਸੰਗਤ ਦਾ ਲਾਹਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਭਾਈ ਰਸਨਾ ਨਾਲ ਵਾਹਿਗੁਰੂ ਦੇ ਨਾਮ ਨੂੰ ਉਚਾਰਨ ਕਰਨਾ ਕਰੀਏ ਸਾਧੂਆਂ ਦੀ ਸੰਗਤ ਵਿੱਚ ਮਿਲ ਕਰਕੇ। ਜਿਨ ਪਾਇਆ ਪ੍ਰਭ ਆਪਣਾ, ਜਿਨ੍ਹਾਂ ਨੇ ਪ੍ਰਭੂ ਆਪਣੇ ਨੂੰ ਪਾ ਲਿਆ, ਕਿਉਂਕਿ ਬਾਕੀ ਤਾਂ ਸਭ ਕੁਝ ਪਰਾਇਆ ਹੀ ਹੈ। ਸਾਧ ਸੰਗਤ ਜੀ ਮਹਾਰਾਜ ਜੀ ਆਪਣੇ ਹੈ, ਪਰ ਜੀਵ ਨੇ ਭੁਲੇਖੇ ਨਾਲ ਸਭ ਕੁਛ ਆਪਣਾ ਇੱਕ ਰਾਮ ਪਰਾਇਆ, ਇਹ ਸਮਝਿਆ ਹੋਇਆ ਹੈ। ਘਰ ਮੇਰਾ ਆਪਣਾ ਕਹਿੰਦਾ, ਬੱਚੇ ਪਰਿਵਾਰ ਇਹ ਸਭ ਮੇਰਾ ਆਪਣਾ ਹੈ। ਤੇ ਮਹਾਰਾਜ ਇਹ ਮਹਾਰਾਜ ਇੱਕ ਪਰਾਏ ਬਣਾਏ ਹੋਏ ਆ, ਕਿਉਂਕਿ ਗੁਰੂ ਸਾਹਿਬ ਦੇ ਆਖੇ ਨਹੀਂ ਲੱਗਦਾ। ਤੇ ਸਾਧ ਸੰਗਤ ਜੀ ਜਦੋਂ ਇਸ ਸੰਸਾਰ ਤੋਂ ਫਾਨੀ ਤੋਂ ਤੁਰਨਾ ਹੈ, ਉਦੋਂ ਆਪਣਾ ਪਰਮੇਸ਼ਰ ਹੀ ਹੋਣਾ ਹੈ। ਉਹ ਇੱਥੇ ਵੀ ਆਪਣਾ ਹੀ ਹੈ, ਪਰ ਇਹਨੇ ਗਾਫਲਤਾਈ ਨਾਲ ਪਰਾਇਆ ਸਮਝ ਛੱਡਿਆ ਹੈ। ਜੇ ਕੋਈ ਜੀਵ ਦੀ ਆਪਣੀ ਕੋਈ ਸਾਧ ਸੰਗਤ ਜੀ ਵਸਤੂ ਹੈ, ਤਾਂ ਵੇਖੋ ਕੋਈ ਹੈ ਦਿਖਦੀ ਹੈ ਕਿ ਆਪਣੀ ਹੈ, ਜਿਹਦੇ ਤੇ ਮੇਰ ਕਰ ਸਕੇ। ਕੁਛ ਵੀ ਨਹੀਂ, ਸਰੀਰ ਦੇ ਉੱਤੇ ਵੀ ਮੇਰ ਨਹੀਂ ਕਰ ਸਕਦਾ। ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਨ੍ਹਾਂ ਨੇ ਭਾਈ ਆਪਣਾ ਜਾਣ ਕਰਕੇ ਵਾਹਿਗੁਰੂ ਨੂੰ ਧਿਆਇਆ ਹੈ, ਫਿਰ ਪੜ੍ਹਦੇ ਹੋ। ਜਿਨ ਪਾਇਆ ਪ੍ਰਭ ਆਪਣਾ, ਜਿਨ੍ਹਾਂ ਨੇ ਆਪਣਾ ਜਾਣ ਕਰਕੇ ਪ੍ਰਭੂ ਨੂੰ ਪਾ ਲਿਆ, ਪ੍ਰੇਮ ਕੀਤਾ ਹੈ, ਪ੍ਰਾਪਤੀ ਕਰ ਲਈ ਹੈ। ਆਏ ਤਿਸ ਹੈ ਗਣਾ, ਹਜੂਰ ਕਹਿੰਦੇ ਭਾਈ ਉਹਨਾਂ ਦਾ ਸੰਸਾਰ ਵਿੱਚ ਆਇਆ ਨਾ, ਜਿਹੜਾ ਉਹ ਗਿਣਤੀ ਵਿੱਚ ਪੈ ਜਾਂਦਾ ਹੈ, ਲੇਖੇ ਵਿੱਚ ਪੈ ਜਾਂਦਾ। ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਨ੍ਹਾਂ ਨੇ ਪਰਮੇਸ਼ਰ ਦੀ ਸਾਖਿਆਤਤਾ ਕਰ ਲਈ ਹੈ, ਉਹਨਾਂ ਦਾ ਸਾਧ ਸੰਗਤ ਜੀ ਇਹ ਜਨਮ ਧਾਰਿਆ ਹੀ ਸਫਲਾ ਹੋ ਜਾਂਦਾ ਹੈ। ਜਿਵੇਂ ਕਹਿੰਦੇ ਨਾ ਕਿ ਜਿਨੇ ਘੋੜੇ ਦਾ ਮੁੱਲ ਵਟ ਲਿਆ ਹੋਵੇ
ਤੇ ਉਹਦੇ ਵੱਲੋਂ ਭਾਵੇਂ ਜਾਂਦੇ ਕਿੱਲੇ ਤੇ ਮਰ ਜੇ ਉਹਨੂੰ ਕੀ ਹੈ। ਜਿਹਨੇ ਆਪਣੀ ਦੇਹ ਦਾ ਹੀ ਮੁੱਲ ਵੱਟ ਲਿਆ ਹੈ, ਪ੍ਰਾਪਤੀ ਕਰ ਲਈ ਹੈ ਪਰਮੇਸ਼ਰ ਦੀ, ਉਹਨੂੰ ਕੀ ਹੈ ਭਾਵੇਂ ਕੱਲ ਨੂੰ ਸਰੀਰ ਛੁੱਟ ਜੇ। ਉਹਨਾਂ ਨੂੰ ਸਾਧ ਸੰਗਤ ਜੀ ਕੋਈ ਦੇਹ ਨਾਲ ਮੋਹ ਨਹੀਂ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹਨਾਂ ਦਾ ਆਉਣ ਦਾ ਜਿਹੜਾ ਲਕਸ਼ ਸੀਗਾ ਉਹ ਪੂਰਾ ਹੋ ਗਿਆ, ਪਰਮੇਸ਼ਰ ਦੀ ਸਾਖਿਆਤਤਾ ਕਰ ਲਈ ਹੈ। ਮਹਾਰਾਜ ਕਹਿੰਦੇ ਉਹਨਾਂ ਦਾ ਆਇਆ ਹੋਇਆ ਗਿਣਤੀ ਵਿੱਚ ਪੈ ਜਾਂਦਾ ਹੈ ਜਿਨ੍ਹਾਂ ਨੇ ਵਾਹਿਗੁਰੂ ਨੂੰ ਪ੍ਰਾਪਤ ਕੀਤਾ ਹੈ, ਪਰਮੇਸ਼ਰ ਦੇ ਨਾਮ ਰਸ ਨੂੰ ਪ੍ਰਾਪਤ ਕੀਤਾ ਹੈ। ਨਹੀਂ ਤਾਂ ਸਾਧ ਸੰਗਤ ਜੀ ਕਿੰਨੇ ਜੀ ਆਈ ਜਾ ਰਹੇ ਹੈ, ਕਿੰਨੇ ਮਰ ਮਰ ਕੇ ਜਾ ਰਹੇ ਹੈ। ਮਹਾਰਾਜ ਕਹਿੰਦੇ ਕੋਈ ਗਿਣਤੀ ਨਹੀਂ ਭਾਈ ਉਹਨਾਂ ਦੀ, ਕਿਸੇ ਗਿਣਤੀ 'ਚ ਨਹੀਂ ਪੈਂਦੇ ਹਨ। ਲੇਖੇ 'ਚ ਉਹ ਪੈ ਜਾਂਦੇ ਹੈ ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਆਪਣੇ ਪਿਆਰ ਦਾ ਰੰਗ ਲਾ ਦਿੰਦੇ ਹੈ, ਜਿਨ੍ਹਾਂ ਨੇ ਮਹਾਰਾਜ ਕਹਿੰਦੇ ਭਾਈ ਪਰਮੇਸ਼ਰ ਨੂੰ ਸਾਖਿਆਤ ਕਰ ਲਿਆ ਹੈ। ਉਹਨਾਂ ਦਾ ਆਇਆ ਹੋਇਆ ਮਹਾਰਾਜ ਕਹਿੰਦੇ ਭਾਈ ਗਿਣਤੀ 'ਚ ਲੇਖੇ 'ਚ ਪੈ ਜਾਂਦਾ ਏ। ਇੱਕ ਖੇਨ ਤਿਸ ਬਿਨ ਜੀਵਣਾ, ਜਿਹਨੂੰ ਪਿਆਰ ਲਾ ਦਿੰਦੇ ਆ ਨਾ ਮਹਾਰਾਜ, ਉਹ ਤਾਂ ਸਾਧ ਸੰਗਤ ਜੀ ਇੱਕ ਖਿਨ ਮਾਤਰ ਵੀ ਵਾਹਿਗੁਰੂ ਤੋਂ ਬਿਨਾਂ ਜਿਹੜਾ ਜਿਉਣਾ ਹੁੰਦਾ ਏ, ਬਿਰਥਾ ਜਨਮ ਜਣਾ। ਉਹ ਜਾਣਦੇ ਆ ਕਿ ਜਿਹੜਾ ਜਨਮ ਹੈ ਨਾ ਉਹ ਬਿਅਰਥ ਹੀ ਚਲਿਆ ਗਿਆ ਹੈ ਸਾਰਾ। ਪੋਠੋਹਾਰੀ ਵਿੱਚ ਸਾਧ ਸੰਗਤ ਜੀ ਬੰਦੇ ਨੂੰ ਜਣਾ ਕਹਿੰਦੇ ਆ। ਉਹ ਕਹਿੰਦੇ ਜਣਾ ਕੀ ਹਾਲ ਈ, ਇਉਂ ਭਾਵ ਬੰਦਿਆ ਤੇਰਾ ਕਿੱਦਾਂ, ਕੀ ਠੀਕ ਹੈ, ਇਉਂ ਪੁੱਛਦੇ ਆ। ਸਤਿਗੁਰੂ ਜੀ ਕਹਿੰਦੇ ਭਾਈ ਉਹਦਾ ਜਿਹੜਾ ਬੰਦੇ ਦਾ ਜਨਮ ਹੈ ਨਾ ਉਹ ਮਹਾਰਾਜ ਕਹਿੰਦੇ ਭਾਈ ਵਿਅਰਥ ਹੀ ਹੈ, ਕਿਸੇ ਕੰਮ ਨਹੀਂ। ਸਾਰੇ ਦਾ ਸਾਰਾ ਮਹਾਰਾਜ ਕਹਿੰਦੇ ਜਨਮ ਭਾਈ ਵਿਅਰਥ ਹੀ ਚਲਿਆ ਗਿਆ ਹੈ। ਫਿਰ ਪੜ੍ਹ ਦਿਓ ਸਾਰੀ ਪੰਕਤੀ। ਇੱਕ ਖਿਨ ਤਿਸ ਬਿਨ ਜੀਵਣਾ, ਇੱਕ ਛਿਨ ਮਾਤਰ ਵੀ ਵਾਹਿਗੁਰੂ ਤੋਂ ਬਿਨਾਂ ਜਿਉਣਾ। ਸਾਰੀ ਸਾਰੀ ਰਾਤ ਬੰਦਗੀ ਕਰਦੇ ਐ। ਉਹ ਫਰੀਦ ਜੀ ਦਾ ਜ਼ਿਕਰ ਆਉਂਦਾ ਹੈ ਕਿ ਫਰੀਦ ਜੀ ਨਾ ਨੀਂਦ ਨੇ ਜ਼ੋਰ ਪਾਇਆ ਤੇ ਜਰਾ ਕ ਅੱਖ ਲੱਗ ਗਈ ਫਰੀਦ ਜੀ ਦੀ, ਤੇ ਕਹਿੰਦੇ ਫਰੀਦਾ ਇੱਟ ਸਰਾਣੇ ਭੋਏ ਸਵਣ, ਕੀੜਾ ਲੜਿਓ ਮਾਸ, ਇਤੜਿਆਂ ਜੁਗ ਵਾਪਰੇ ਇਕਤ ਪਿਆਂ ਪਾਸ। ਫਰੀਦ ਜੀ ਨੂੰ ਉਹ ਇੱਟ ਰੱਖ ਕੇ ਨਾ ਕੋਈ ਵੇਖ ਲੋ ਮਖਮਲੀ ਸਰਾਣਾ ਨਹੀਂ ਰੱਖਿਆ। ਅੰਤਰੀਵ ਅਰਥ ਵੀ ਇਹਦੇ ਹਨ, ਪਰ ਬਾਹਰੀ ਅਰਥ ਕਬੀਰ ਫਰੀਦ ਸਾਹਿਬ ਜੀ ਜਦੋਂ ਨੀਂਦ ਦੀ ਝਪਕੀ ਲੈਣ ਲੱਗੇ ਨਾ ਤੇ ਕੀੜਾ ਆ ਕਰਕੇ ਸਰੀਰ ਨਾਲ ਸਾਧ ਸੰਗਤ ਜੀ ਉਹਨੇ ਡੰਗ ਮਾਰਿਆ। ਕੀੜਾ ਲੜਿਓ ਮਾਸ, ਤੇ ਉਹ ਜਦੋਂ ਲੜਿਆ ਨਾ ਏਡਾ ਜ਼ਰੀਲਾ ਸੀ, ਫਰੀਦ ਜੀ ਨੂੰ ਜਾਗ ਆ ਗਈ। ਜਦੋਂ ਜਾਗ ਆ ਗਈ ਇਹਦੇ ਝਪਕੀ ਲੱਗੀ ਸੀ ਤੇ ਕਿ ਇੱਕ ਖਿਨ ਮਾਤਰ ਹੀ ਅਜੇ ਅੱਖ ਲੱਗੀ ਸੀ, ਤੇ ਫਰੀਦ ਜੀ ਕਹਿੰਦੇ ਮੈਨੂੰ ਇਉਂ ਲੱਗ ਰਿਹਾ ਅੱਲਾ ਤੈਨੂੰ ਭੁਲਾ ਕਰਕੇ ਮੈਂ ਜਿੱਦਾਂ ਜੋਗੀ ਬਤੀਤ ਕਰ ਛੱਡੇ ਆ। ਇੱਕ ਖਿਨ ਵੀ ਉਹਨਾਂ ਨੂੰ ਯੁੱਗਾਂ ਵਰਗੇ ਬਤੀਤ ਹੁੰਦੇ ਆ। ਮਹਾਰਾਜ ਦੇ ਵਿਛੜਨ ਨਾਲ, ਨਾਮ ਦੇ ਭੁੱਲਣ ਨਾਲ ਇੱਕ ਖਿਨ ਵੀ ਨਾਮ ਵਿਸਰ ਜਾਵੇ ਤੇ ਇਹੋ ਜਿਹਾ ਉਹ ਦੁੱਖ ਮੰਨਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹਨ ਇੱਕ ਖਿਨ ਤਿਸ ਬਿਨ ਜੀਵਣਾ, ਤਿਸ ਪਰਮੇਸ਼ਰ ਤੋਂ ਬਿਨਾਂ ਇੱਕ ਖਿਨ ਮਾਤਰ ਵੀ ਜਿਹੜਾ ਹੈ ਉਹਨਾਂ ਨੂੰ ਜਿਉਣਾ ਜਿਹੜਾ ਨਾ ਉਹ ਸਾਧ ਸੰਗਤ ਜੀ ਮਰਨ ਵਰਗਾ ਪ੍ਰਤੀਤ ਹੁੰਦਾ ਹੈ। ਉਹ ਆਪਣੇ ਆਪ ਨੂੰ ਜਿਉਂਦਾ ਨਹੀਂ ਗਿਣਦੇ ਹਨ। ਬਿਰਥਾ ਜਨਮ ਜਣਾ, ਭੁੱਲਿਆ ਤਾਂ ਇੱਕ ਖਿਨ ਹੈ, ਉਹ ਕਹਿੰਦੇ ਜਨਮ ਹੀ ਵਿਅਰਥ ਚਲਿਆ ਗਿਆ। ਐਡਾ ਵੇਖ ਲੋ ਘਾਟਾ ਮੰਨਦੇ ਐ ਵਾਹਿਗੁਰੂ ਦੇ ਭੁੱਲਣੇ ਕਰਕੇ। ਇਹ ਤਾਂ ਸਾਧ ਸੰਗਤ ਜੀ ਜਿਨ੍ਹਾਂ ਪ੍ਰੇਮੀਆਂ ਨੂੰ ਮਹਾਰਾਜ ਪ੍ਰੇਮ ਲਾ ਦਿੰਦੇ ਐ। ਸ੍ਰੀਮਾਨ ਸੰਤ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲੇ ਮਹਾਂਪੁਰਖ, ਉਹਨਾਂ ਦੇ ਜੀਵਨ ਵਿੱਚ ਆਉਂਦਾ ਹੈ ਕਿ ਆਪ ਜੀ ਤਕਰੀਬਨ 23 ਘੰਟੇ ਜਾਗ ਕੇ ਭਜਨ ਕਰਦੇ ਹੁੰਦੇ ਸੀਗੇ, ਤੇ 1 ਘੰਟਾ ਹੀ ਉਹ ਕੇਵਲ ਦੁਨਿਆਵੀ ਨਿਯਮ ਰੱਖਣ ਲਈ ਬਰਾਜਿਆ ਕਰਦੇ। ਤੇ ਪੁੱਛਿਆ ਉਹਨਾਂ ਨੂੰ ਕਿ ਮਹਾਰਾਜ ਤੁਸੀਂ ਸਰੀਰ ਨੂੰ ਬੜਾ ਕਸ਼ਟ ਦਿੰਦੇ ਹੋ ਤੇ ਬਰਾਜ ਲਿਆ ਕਰੋ। ਕਹਿੰਦੇ ਫਿਰ ਇਹੋ ਜੀ ਅਵਸਥਾ ਪਹੁੰਚ ਜਾਂਦੀ ਹੈ ਜਿੱਥੇ ਸਾਧ ਸੰਗਤ ਜੀ ਨੀਂਦ, ਭੁੱਖ ਤੇ ਇਹ ਸਭ ਕੁਝ ਸਰੀਰ ਦਾ ਧਰਮ ਹੈ ਨਾ। ਜਦੋਂ ਸਰੀਰ ਤੋਂ ਹੀ ਉੱਠ ਜਾਈਏ ਫਿਰ ਇਹ ਚੀਜ਼ਾਂ ਵੀ ਸਤਾਉਣੋਂ ਹਟ ਜਾਂਦੀਆਂ। ਕਹਿੰਦੇ ਭਾਈ ਇਹ ਤਾਂ ਮਹਾਰਾਜ ਮਰਜ਼ਾਦਾ ਬਣਾਈ ਹੈ, ਸਤਿਗੁਰੂ ਦੀ ਆਗਿਆ ਰੱਖ ਕੇ ਆਪਾਂ 1 ਘੰਟਾ ਬਰਾਜ ਜਾਂਦੇ ਆ। ਉਹ ਵੀ ਬਰਾਜਣਾ ਸਾਨੂੰ ਨਾ ਬੜਾ ਘਾਟੇ ਵਾਲਾ ਲੱਗਦਾ। ਕਿਹਾ ਮਹਾਰਾਜ ਕਿਵੇਂ ਮਹਿਸੂਸ ਕਰਦੇ ਹੋ? ਕਹਿੰਦੇ ਨੇ ਕਿ ਜਿਵੇਂ ਜਾਣੋ ਕਿ ਇੰਨਾ ਘਾਟਾ ਮਹਿਸੂਸ ਕਰਦੇ ਆ ਕਿ 23 ਘੰਟੇ ਬੰਨ ਲਾ ਕੇ ਰੱਖਿਆ ਹੋਵੇ ਤੇ 1 ਘੰਟਾ ਖੋਲ ਦਿਓ ਤੇ ਜਿਵੇਂ ਸਾਰਾ ਰੁੜ ਜਾਂਦਾ ਹੈ। ਕਹਿੰਦੇ ਉਹ ਸਾਨੂੰ ਘਾਟਾ ਮਹਿਸੂਸ ਹੁੰਦਾ 1 ਘੰਟਾ ਵੀ ਸੌਣਾ ਜਿਹੜਾ ਹੈ।
ਭਾਵੇਂ ਕਿ ਉਹਨਾਂ ਦੀ ਅਵਸਥਾ ਕਿਆ ਸਵਣਾ ਕਿਆ ਜਾਗਣਾ ਗੁਰਮੁਖ ਤੇ ਪ੍ਰਵਾਨ, ਫਿਰ ਵੀ ਸਾਧ ਸੰਗਤ ਜੀ ਵਾਹਿਗੁਰੂ ਨਾਲ ਪਿਆਰ ਇੰਨਾ ਕਰਦੇ ਐ ਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਨਾਮ ਨੂੰ ਕਦੇ ਭੁਲਾਉਂਦੇ ਨਹੀਂ ਹਨ। ਇੰਨੀ ਮਿਹਨਤ ਕਰਦੇ, ਇੰਨੀ ਜੋਧੜੀ ਕਰਦੇ ਐ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਦੀ ਸਾਧ ਸੰਗਤ ਜੀ ਸਰੀਰ ਦੀ ਮਿਹਨਤ ਵੇਖ ਕਰਕੇ, ਉਹਨਾਂ ਦੀ ਪ੍ਰੀਤ ਵੇਖ ਕਰਕੇ ਹੋਰਨਾਂ ਨੂੰ ਫਿਰ ਪ੍ਰੀਤ ਲੱਗ ਜਾਂਦੀ ਹੈ। ਹਜੂਰ ਫਰਮਾਉਂਦੇ ਹਨ, ਬਿਰਥਾ ਜਨਮ ਜਣਾ। ਜਨਮ ਹੀ ਮਹਾਰਾਜ ਕਹਿੰਦੇ ਭਾਈ ਆਪਣਾ ਵਿਅਰਥ ਲੰਘ ਗਿਆ ਸਮਝਦੇ ਆ ਜੇ ਇੱਕ ਖਿੰਨ ਮਹਾਰਾਜ ਭੁੱਲ ਜਾਣ। ਜਲ ਥਾਲ ਮਹਿ ਆਲ ਪੂਰਿਆ। ਹਜੂਰ ਕਹਿੰਦੇ ਮੇਰਾ ਵਾਹਿਗੁਰੂ ਜਲ ਵਿੱਚ ਵੀ, ਥਲ ਖੁਸ਼ਕ ਥਾਵਾਂ ਤੇ ਵੀ, ਤੇ ਮਹੀ ਧਰਤੀ ਤੇ ਵੀ, ਤੇ ਅਲ ਆਕਾਸ਼ ਵਿੱਚ ਵੀ ਸਤਿਗੁਰੂ ਜੀ ਕਹਿੰਦੇ ਭਾਈ ਪਰਿਪੂਰਨ ਹੋ ਰਿਹਾ ਹੈ। ਰਵਿਆ ਵਿੱਚ ਵਣਾ, ਤੇ ਵਣਾ ਜੰਗਲਾਂ ਵਿੱਚ ਵੀ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹ ਰਵਿਆ ਮਿਲ ਰਿਹਾ ਹੈ। ਇਸੇ ਪ੍ਰਕਾਰ ਹੀ ਜਲ ਥਲ ਮਹਿਆਲ ਪੂਰਿਆ। ਸਾਧ ਸੰਗਤ ਜੀ ਜਲ ਦੀ ਨਿਆਈ ਉਹ ਗਿਆਨ ਇੰਦਰੀਆਂ ਦੇ ਵਿੱਚ ਵੀ ਪੂਰਿਆ ਹੋਇਆ ਹੈ। ਥਲ ਦੀ ਨਿਆਈ ਕਰਮ ਇੰਦਰੀਆਂ ਦੇ ਵਿੱਚ ਵੀ ਪੂਰਿਆ ਹੋਇਆ ਹੈ। ਮਹੀ ਧਰਤੀ ਦੀ ਨਿਆਈ ਥੂਲ ਦੇਹ ਦੇ ਅੰਦਰ ਵੀ ਪੂਰਿਆ ਹੋਇਆ ਹੈ। ਤੇ ਅਲ ਆਕਾਸ਼ ਨੂੰ ਕਹਿੰਦੇ ਅੰਤਸ਼ਕਰਨ ਦੇ ਅੰਦਰ ਵੀ ਵਾਹਿਗੁਰੂ ਪੂਰਿਆ ਹੋਇਆ ਹੈ। ਰਵਿਆ ਵਿੱਚ ਵਣਾ, ਬਨਸਪਤੀ ਦੀ ਨਿਆਈ ਜਿਹੜੇ ਰੋਮ ਹਨ ਇਹਨਾਂ ਰੋਮਾਂ ਵਿੱਚ ਵੀ ਉਹ ਰਵਿਆ ਹੋਇਆ, ਆਪ ਹੀ ਮਿਲਿਆ ਹੋਇਆ। ਜਿਹਨੂੰ ਇਹ ਅਵਸਥਾ ਮਿਲਦੀ ਹੈ ਤੇ ਉਹਨੂੰ ਇਉਂ ਹੀ ਪਤਾ ਲੱਗ ਜਾਂਦਾ ਕਿ ਇੱਕ ਇੱਕ ਰੋਮ ਹੀ ਭਜਨ ਕਰ ਰਿਹਾ ਹੈ। ਇਉਂ ਗੁਰਮੁਖਾਂ ਦੀ ਅਵਸਥਾ ਬਣ ਜਾਂਦੀ। ਗੁਰਮੁਖ ਰੋਮ ਰੋਮ ਹਰਿ ਧਿਆਵੈ, ਕਿ ਉਹਨਾਂ ਨੂੰ ਰੋਮਾਂ ਵਿੱਚ ਵੀ ਉਹ ਰਵਿਆ ਹੋਇਆ ਪ੍ਰਤੀਤ ਹੁੰਦਾ ਹੈ। ਸਭ ਗਿਆਨ ਇੰਦਰੀਆਂ ਵਿੱਚ, ਕਰਮ ਇੰਦਰੀਆਂ ਵਿੱਚ, ਥੂਲ ਦੇਹ ਵਿੱਚ, ਰੋਮਾਂ ਵਿੱਚ, ਅੰਤःਕਰਨ ਦੇ ਅੰਦਰ ਵਾਹਿਗੁਰੂ ਪਰਿਪੂਰਨ ਹੋ ਰਿਹਾ। ਇਸੇ ਪ੍ਰਕਾਰ ਹੀ ਜਲ ਥਾਲ ਮਹਿ ਆਲ ਪੂਰਿਆ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਜਲ ਦੇ ਨਿਆਈ ਭਾਈ, ਜਿਹੜੇ ਪ੍ਰੇਮੀ ਐ, ਬੜੇ ਪ੍ਰੇਮ ਦੇ ਹੀ ਜਿਹੜੇ ਸਮੁੰਦਰ ਬਣ ਰਹੇ ਐ, ਉਹਨਾਂ ਦੇ ਅੰਦਰ ਵੀ ਮੇਰਾ ਵਾਹਿਗੁਰੂ ਪੂਰਿਆ ਹੋਇਆ ਹੈ। ਤੇ ਸਾਧ ਸੰਗਤ ਜੀ ਥਲ ਦੀ ਨਿਆਈ ਜਿਹੜੇ ਕਾਮਨਾ ਹੀ ਕਰਦੇ ਰਹਿੰਦੇ, ਹਰ ਵੇਲੇ ਕਾਮਨਾ ਦੀ ਪੂਰਤੀ ਲਈ ਜਿਹੜਾ ਹੈ ਪਰਮੇਸ਼ਰ ਨੂੰ ਚੇਤਾ ਕਰਦੇ ਐ, ਉਹਨਾਂ ਦੇ ਅੰਦਰ ਵੀ ਮਿਲਿਆ ਹੋਇਆ ਹੈ। ਤੇ ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜੇ ਧਰਤੀ ਦੀ ਨਿਆਈ ਨਿਮਰਤਾ ਰੱਖਦੇ ਆ, ਉਹਨਾਂ ਦੇ ਅੰਦਰ ਵੀ ਮੇਰਾ ਵਾਹਿਗੁਰੂ ਸਮਾਇਆ ਹੋਇਆ ਹੈ। ਆਕਾਸ਼ ਦੀ ਨਿਆਈ ਜਿਹੜੇ ਨਿਰਖੋਭ ਹੋ ਗਏ, ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੇ ਅੰਦਰ ਵੀ ਮੇਰਾ ਵਾਹਿਗੁਰੂ ਭਾਈ ਪੂਰਿਆ ਹੋਇਆ ਹੈ। ਰਵਿਆ ਵਿੱਚ ਵਣਾ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਜਿਹੜੀ ਬਨਸਪਤੀ ਦੀ ਨਿਆਈ ਸਾਰੀ ਇਹ ਸ੍ਰਿਸ਼ਟੀ ਹੈ, ਇਹਦੇ ਅੰਦਰ ਮੇਰਾ ਵਾਹਿਗੁਰੂ ਹੀ ਸਾਰਿਆਂ ਥਾਵਾਂ ਤੇ ਰਵ ਰਿਹਾ ਹੈ, ਅਭੇਦ ਹੋ ਰਿਹਾ ਹੈ, ਸਭ ਦੇ ਅੰਦਰ ਇੱਕੋ ਜਿਹਾ ਸਮਾ ਰਿਹਾ ਹੈ। ਸੋ ਪ੍ਰਭ ਚਿਤ ਨਾ ਆਵੇ। ਹਜੂਰ ਕਹਿੰਦੇ ਉਹ ਮੇਰਾ ਵਾਹਿਗੁਰੂ ਜੇ ਚੇਤੇ ਵਿੱਚ ਨਾ ਆਵੇ ਤਾਂ ਕਿਤੜਾ ਦੁੱਖ ਗਣਾ। ਕਿੰਨਾ ਕੁ ਦੁੱਖ ਮਹਾਰਾਜ ਕਹਿੰਦੇ ਭਾਈ ਗਣਾ ਗਿਣ ਸਕੀਏ, ਬਹੁਤ ਭਾਰੀ ਦੁੱਖ ਲੱਗਦਾ ਹੈ। ਬਾਬਾ ਫਰੀਦ ਜੀ ਨੇ ਕਿਹਾ ਕਿ ਜਿੰਦ ਨਿਮਾਣੀ ਕੱਢੀਐ ਹੱਡਾਂ ਕੂਕੜ ਕਾਏ, ਕੜਕ ਕੜਕ ਕਰਦੇ ਹੱਡ ਛੁੱਟਦੇ ਐ। ਸਾਧ ਸੰਗਤ ਜੀ ਬਿੱਛੂ ਮੰਨਿਆ ਕਹਿੰਦੇ ਵੀ ਜਦੋਂ ਡੰਗ ਮਾਰਦੇ ਤੇ ਉਂਗਲ ਹਿਲਾ ਕੇ ਰੱਖ ਦਿੰਦਾ ਹੈ, ਉਹ ਸਾਧ ਸੰਗਤ ਜੀ ਜ਼ਹਿਰੀਲਾ ਹੁੰਦਾ ਹੈ। ਪੱਥਰ ਜਿਹੜੇ ਆ ਨਾ ਬਿੱਛੂ ਦੀ ਉਹ ਖੁੱਡ ਦੇ ਅੱਗੇ ਰੱਖਦੇ ਆ, ਤੇ ਜਦੋਂ ਬਿੱਛੂ ਉਹਨੂੰ ਡੰਗ ਮਾਰਦਾ ਉਹਨੂੰ ਇੰਨਾ ਜ਼ਹਿਰੀਲਾ ਹੁੰਦਾ ਹੈ ਕਿ ਉਹ ਪੱਥਰ ਨੂੰ ਖਿੱਲ ਬਣਾ ਦਿੰਦਾ, ਫਿਰ ਉਹ ਦਵਾਈਆਂ ਵਿੱਚ ਵਰਤਣ ਦੇ ਕੰਮ ਆਉਂਦਾ ਹੈ। ਤੇ ਸਾਧ ਸੰਗਤ ਜੀ ਜਿਹੜਾ ਮੌਤ ਦਾ ਦੁੱਖ ਹੈ ਨਾ, ਕਹਿੰਦੇ ਆ 100 ਬਿੱਛੂ ਇਕੱਠਾ ਡੰਗ ਮਾਰੇ ਨਾ ਤੇ ਇੰਨਾ ਜ਼ਿਆਦਾ ਦੁੱਖ ਲੱਗਦਾ ਹੈ। ਤੇ ਵਿਦਵਾਨਾਂ ਨੇ ਇਹ ਦੁੱਖ ਗਿਣਿਆ ਹੋਇਆ ਹੈ। ਕਹਿੰਦੇ ਆ ਕਿ ਜਦੋਂ ਮੌਤ ਦਾ ਸਮਾਂ ਆਉਂਦਾ ਹੈ, ਕੰਡਿਆਲਾ ਛਾਪਾ ਕਹਿੰਦੇ ਮੂੰਹ ਰਾਹੀਂ ਪਾ ਕਰਕੇ ਗੁਦਾ ਰਾਹੀਂ ਖਿੱਚਿਆ ਜਾਵੇ, ਇਹੋ ਜਿਹਾ ਦੁੱਖ ਸਾਧ ਸੰਗਤ ਜੀ ਪ੍ਰਤੀਤ ਹੁੰਦਾ ਹੈ। ਜਾਂ ਕਹਿੰਦੇ ਕਿ ਜਿਵੇਂ ਵੇਲ ਵਧੀ ਹੁੰਦੀ ਹੈ ਨਾ ਰੁੱਖ ਦੇ ਉੱਤੇ, ਤੇ ਇੱਕ ਛਾਪਾ ਤੋੜ ਕੇ ਜਦੋਂ ਖਿੱਚਿਆ ਜਾਵੇ ਟਾਹਣ ਤੇ ਵੇਲ ਦੀਆਂ ਤੰਦਾਂ ਟੁੱਟਦੀਆਂ ਨਾ, ਇਵੇਂ ਸਾਧ ਸੰਗਤ ਜੀ ਉਦੋਂ ਹੱਡੀਆਂ ਤੇ ਨਾੜਾਂ ਟੁੱਟਦੀਆਂ ਹਨ, ਜਦੋਂ ਜੀਵ ਦਾ ਸੂਖਸ਼ਮ ਸਰੀਰ ਸਥੂਲ ਨਾਲੋਂ ਵੱਖ ਕੀਤਾ ਜਾਂਦਾ ਹੈ। ਜਿਹੜੇ ਪਾਪੀ ਲੋਕ ਹੁੰਦੇ, ਬਾਹਲੇ ਹੀ ਘਣੇ ਪਾਪ ਕਰਦੇ, ਉਹਨਾਂ ਦੇ ਪ੍ਰਾਣ ਮੂਲ ਦੁਆਰੇ ਰਾਹੀਂ ਨਿਕਲਦੇ ਆ। ਤੇ ਸਾਧ ਸੰਗਤ ਜੀ ਜਿਹੜੇ ਇਸ ਪ੍ਰਕਾਰ ਕੋਈ ਸਮਾਨ ਕਰਮਾਂ ਨੂੰ ਕਰਦੇ ਆ,
ਉਹਨਾਂ ਦੇ ਮੁਖ ਰਾਹੀਂ ਜਾਂ ਨੱਕ ਰਾਹੀਂ ਇਵੇਂ ਪ੍ਰਾਣ ਨਿਕਲਦੇ, ਕਿਉਂਕਿ 9 ਦੁਆਰੇ ਖੁੱਲੇ ਆ। ਜਿੱਧਰ ਦੀ ਮਰਜ਼ੀ ਮਹਾਰਾਜ ਨੇ ਕਿਹਾ ਬਾਏ ਰੂਪੰ ਜਿਹੜੀ ਹੈ ਭੀਤ ਰਹਿਤੰ। ਮਹਾਰਾਜ ਕਹਿੰਦੇ ਭਾਈ ਇਹ ਜਿਹੜਾ ਹੈ ਪਵਨ ਦਾ ਥੰਬਾ ਹੈ, ਜਲ ਕੀ ਭੀਤ ਪਵਨ ਕਾ ਥੰਬਾ, ਰਖਤ ਬੁੰਦ ਕਾ ਗਾਰਾ, ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਇਹਦੇ ਅੰਦਰ ਤਾਂ ਹਵਾ ਦਾ ਥੰਬਾ, ਭਾਵ ਸਵਾਸਾਂ ਦਾ ਥੰਬਾ, ਜਿਹੜਾ ਸਾਧ ਸੰਗਤ ਜੀ ਪੀਕ ਵਾਂਗੂ ਜਿਹੜੇ ਹਨ, ਹਵਾ ਵਾਂਗੂ ਇਹ ਪ੍ਰਾਣ ਹਨ ਅੰਦਰ, ਤੇ 9 ਦੁਆਰੇ ਖੁੱਲੇ ਆ, ਇਹਨਾਂ ਰਾਹੀਂ ਪ੍ਰਾਣ ਜਿਹੜੇ ਉਹ ਫਿਰ ਨਿਕਲ ਜਾਂਦੇ ਆ। ਸਤਿਗੁਰੂ ਜੀ ਕਹਿੰਦੇ ਭਾਈ ਜੇ ਪਰਮੇਸ਼ਰ ਨੂੰ ਹੀ ਭੁਲਾ ਛੱਡਿਆ ਨਾ, ਤੇ ਗਰੀਬ ਨਵਾਜ ਸਤਿਗੁਰੂ ਕਹਿੰਦੇ ਭਾਈ ਕਿੰਨਾ ਕੁ ਦੁੱਖ ਗਿਣ ਕਰਕੇ ਦਸੀਏ। ਮਹਾਰਾਜ ਕਹਿੰਦੇ ਦੁੱਖ ਉਹ ਗਿਣਿਆ ਨਹੀਂ ਜਾ ਸਕਦਾ, ਉਹ ਬੜਾ ਹੀ ਦੁੱਖ ਭਾਰੀ ਹੈ। ਭਗਤਾਂ ਨੇ ਵੀ ਕਿਹਾ ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹੈ ਅਰ ਗਰਭ ਬਸੇਰਾ। ਮਹਾਰਾਜ ਇੱਕ ਤਾਂ ਮਰਨ ਦਾ ਦੁੱਖ ਤੇ ਇੱਕ ਜੰਮਣ ਦਾ ਦੁੱਖ, ਇਹ ਬੜਾ ਮਹਾਰਾਜ ਭਾਰੀ ਦੁੱਖ ਹੈ। ਇਹ ਸਾਡਾ ਮਹਾਰਾਜ ਦੁੱਖ ਨਾਸ਼ ਕਰ ਦਿਓ। ਇਉਂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ। ਇਸੇ ਪ੍ਰਕਾਰ ਹੀ ਸੋ ਪ੍ਰਭ ਚੇਤ ਨਾ ਆਵੇ, ਉਹ ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਜੇ ਚੇਤੇ ਨਹੀਂ ਆਉਂਦਾ ਤਾਂ ਕਿਤੜਾ ਦੁੱਖ ਗਣਾ, ਕਿੰਨਾ ਕੁ ਦੁੱਖ ਮਹਾਰਾਜ ਕਹਿੰਦੇ ਭਾਈ ਗਣੀਏ। ਮਹਾਰਾਜ ਕਹਿੰਦੇ ਭਾਈ ਫਿਰ ਜਿਹੜੇ ਆ ਜੰਮ ਗਣਾ, ਜੰਮ ਗਾਣੀ ਲੈਣ ਆਉਂਦੇ ਐ। ਤੇ ਜੇ ਵਾਹਿਗੁਰੂ ਦਾ ਨਾਮ ਜਪਿਆ ਤੇ ਫਿਰ ਸਾਧ ਸੰਗਤ ਜੀ ਫਿਰ ਰਾਮ ਗਣ ਲੈਣ ਆਉਂਦੇ ਐ। ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਜਿਨ੍ਹਾਂ ਨੇ ਆਰਾਧਿਆ ਹੈ ਉਹਨਾਂ ਨੂੰ ਰਾਮ ਗਣ ਲੈਣ ਆਉਂਦੇ ਐ, ਤੇ ਜਿਨ੍ਹਾਂ ਨੇ ਪਰਮੇਸ਼ਰ ਨੂੰ ਆਰਾਧਿਆ ਹੀ ਨਹੀਂ ਉਹਨਾਂ ਨੂੰ ਫਿਰ ਸਾਧ ਸੰਗਤ ਜੀ ਜਮ ਗਣ ਜਿਹੜੇ ਆ ਉਹ ਲੈਣ ਆਉਂਦੇ ਹਨ। ਜਿਨੇ ਰਾਵਿਆ ਸੋ ਪ੍ਰਭੂ, ਜਿਨ੍ਹਾਂ ਨੇ ਉਸ ਪ੍ਰਭੂ ਦੇ ਪਿਆਰ ਨੂੰ ਰਾਵਿਆ ਹੈ, ਮਾਣਿਆ ਹੈ ਆਨੰਦ ਨੂੰ, ਤੇਨਾ ਭਾਗ ਮਣਾ। ਮਹਾਰਾਜ ਕਹਿੰਦੇ ਭਾਈ ਉਹਨਾਂ ਦੇ ਮਣਾ ਸ਼੍ਰੋਮਣੀ ਭਾਗ ਹਨ, ਮਸਤਕ ਦੇ ਉੱਤੇ ਮਣਾ ਮੂੰਹ ਹੀ ਭਾਗ ਹਨ ਉਹਨਾਂ ਦੇ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਮੇਰੇ ਵਾਹਿਗੁਰੂ ਦੇ ਪਿਆਰ ਨੂੰ ਭਾਈ ਮਾਣਿਆ ਹੈ। ਹਰ ਦਰਸ਼ਨ ਕਾ ਮਨ ਲੋਚਦਾ, ਵਾਹਿਗੁਰੂ ਜੀ ਦੇ ਦਰਸ਼ਨਾਂ ਨੂੰ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਸਾਡਾ ਮਨ ਲੋਚਦਾ ਹੈ, ਚਾਹੁੰਦਾ ਹੈ, ਜਗਿਆਸਾ ਮੁਖ ਤੋਂ ਹਜੂਰ ਕਹਿੰਦੇ ਆ। ਨਾਨਕ ਪਿਆਸ ਮਨਾ, ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਜੀ ਸਾਡੇ ਮਨ ਦੇ ਅੰਦਰ ਇਹ ਪਿਆਸ ਲੱਗੀ ਹੈ, ਆਪ ਦੇ ਦਰਸ਼ਨਾਂ ਨੂੰ ਸਾਡਾ ਮਨ ਲੋਚਦਾ ਹੈ, ਚਾਹੁੰਦਾ ਹੈ। ਚੇਤ ਮਿਲਾਏ ਸੋ ਪ੍ਰਭੂ, ਹਜੂਰ ਕਹਿੰਦੇ ਭਾਈ ਚੇਤਰ ਦੇ ਅੰਦਰ, ਇਸ ਚੇਤਰ ਦਾ ਜਿਹੜਾ ਮਨੁੱਖਾ ਜਨਮ ਰੂਪੀ ਚੇਤਰ ਦਾ ਮਹੀਨਾ ਹੈ, ਇਸ ਵਿੱਚ ਜਿਹੜਾ ਉਸ ਪ੍ਰਭੂ ਨੂੰ ਮਿਲਾ ਦੇਵੇ ਤਿਸ ਕੈ ਪਾਏ ਲਗਾ। ਮਹਾਰਾਜ ਕਹਿੰਦੇ ਭਾਈ ਉਸ ਦੇ ਚਰਨੀ ਲੱਗ ਜਾਈਏ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿਹੜਾ ਭਾਈ ਪ੍ਰਭੂ ਨਾਲ ਮਿਲਾਪ ਕਰਾ ਦੇਵੇ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹਦੇ ਜਿਹੜਾ ਹੈ ਚਰਨਾਂ ਤੇ ਝੁਕੀਏ, ਉਹਨਾਂ ਦੀ ਸੇਵਾ ਕਰੀਏ, ਜਿਨ੍ਹਾਂ ਦੀ ਸੰਗਤ ਕਰਕੇ ਮਹਾਰਾਜ ਕਹਿੰਦੇ ਭਾਈ ਪ੍ਰਭੂ ਦੀ ਪ੍ਰਾਪਤੀ ਹੋਵੇ। ਵੈਸਾਖ ਧੀਰਨ ਕਿਉ ਵਾਢਿਆ, ਸਤਿਗੁਰੂ ਜੀ ਇਹ ਜੋ ਵਿਸਾਖ ਦਾ ਮਹੀਨਾ ਸਾਧ ਸੰਗਤ ਜੀ ਇਹਦਾ ਹੁਣ ਉਪਦੇਸ਼ ਸਤਿਗੁਰੂ ਦਿੰਦੇ ਐ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਜਿਹੜੀਆਂ ਜਿਨ੍ਹਾਂ ਦੀ ਚਿੱਤ ਦੀ ਬਿਰਤੀ ਜਿਹੜੀ ਹੈ ਉਹ ਸਤਿਗੁਰੂ ਜੀ ਕਹਿੰਦੇ ਵਾਢੀਆਂ ਵਿਛੜ ਗਈ ਹੈ। ਮਹਾਰਾਜ ਕਹਿੰਦੇ ਉਹ ਧੀਰਜ ਕਿਵੇਂ ਭਾਈ ਕਰ ਸਕਦੀ ਆ। ਜਿਨ੍ਹਾਂ ਪ੍ਰੇਮ ਵਿਛੋਹ, ਜਿਨ੍ਹਾਂ ਦੇ ਅੰਦਰ ਪ੍ਰੇਮ ਦਾ ਸਾਧ ਸੰਗਤ ਜੀ ਵਿਛੋਹਾ ਵਿਛੋੜਾ ਲੱਗ ਗਿਆ ਹੈ, ਕਦੇ ਪ੍ਰੇਮ ਨਹੀਂ ਮਹਾਰਾਜ ਦਾ ਉਪਜਿਆ ਹੈ ਅੰਦਰ। ਤੇ ਪ੍ਰੀਤ ਤੋਂ ਬਿਨਾਂ ਸਤਿਗੁਰੂ ਜੀ ਨੇ ਕਿਹਾ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਮਿਰਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਬੜਾ ਸੁੰਦਰ ਵੀ ਹੋਵੇ ਤੇ ਮਹਾਰਾਜ ਕਹਿੰਦੇ ਉਹ ਸਾਰੀ ਸੁੰਦਰਤਾ ਵਿਅਰਥ ਚਲੀ ਜਾਂਦੀ ਹੈ। ਤੇ ਫਿਰ ਬੜਾ ਸਾਧ ਸੰਗਤ ਜੀ ਉੱਚੀ ਜਿਹੜਾ ਹੈ ਉਹ ਜਾਤ ਦਾ ਵੀ ਹੋਵੇ, ਬੜਾ ਹੀ ਕੁਲੀਨ ਹੋਵੇ, ਚਤਰ ਸਿਆਣਾ ਵੀ ਬੜਾ ਹੋਵੇ, ਮੁਖ ਦਾ ਵੀ ਗਿਆਨੀ ਹੋਵੇ, ਬੜਾ ਧਨਵੰਤ ਅਮੀਰ ਹੋਵੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹ ਮੁਰਦਾ ਹੀ ਹੈ ਜੇ ਵਾਹਿਗੁਰੂ ਦਾ ਪਿਆਰ ਨਹੀਂ ਉਹਦੇ ਅੰਦਰ ਪ੍ਰਗਟ ਹੋਇਆ ਤਾਂ। ਇਹ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹਨੂੰ ਪ੍ਰੇਮ ਦਾ ਹੀ ਵਿਛੋੜਾ ਲੱਗ ਗਿਆ, ਪ੍ਰੇਮ ਹੀ ਨਹੀਂ ਉਪਜਦਾ ਮਨ ਦੇ ਅੰਦਰ, ਸੁੱਕਾ ਪੱਥਰ ਵਰਗਾ ਕਠੋਰ ਹਿਰਦਾ। ਜਦੋਂ ਵੀ ਸਾਧ ਸੰਗਤ ਜੀ ਪੱਥਰ ਨੂੰ ਮਾਰੀਏ ਤਾਂ ਸ਼ੀਸ਼ੇ ਨੂੰ ਤੋੜ ਹੀ ਦਿੰਦਾ ਹੈ। ਇਵੇਂ ਜਦੋਂ ਵੀ ਉਹ ਬੋਲਦੇ ਹਨ ਪੱਥਰ ਵਰਗੇ ਕੌੜੇ ਬੋਲ
ਤੇ ਜੀਆਂ ਦੇ ਹਿਰਦਿਆਂ ਨੂੰ ਦਿਖਾਉਂਦੇ ਆ। ਮਹਾਰਾਜ ਕਹਿੰਦੇ ਭਾਈ ਦੱਸੋ ਉਹਨਾਂ ਨੂੰ ਧੀਰਜ ਕਿਵੇਂ ਫਿਰ ਆ ਜੇ? ਕਹਿੰਦੇ ਮਨ ਨੂੰ ਟਿਕਾ ਨਹੀਂ ਆਉਂਦਾ, ਸੁੱਖ ਨਹੀਂ ਮਿਲਦਾ, ਤੜਫਦੇ ਰਹਿੰਦੇ ਆ। ਇਉਂ ਸਤਿਗੁਰੂ ਜੀ ਕਹਿੰਦੇ ਭਾਈ ਜਦੋਂ ਪ੍ਰੇਮ ਹੀ ਨਹੀਂ ਉਪਜਦਾ ਅੰਦਰ, ਸਖਣੇ ਆ ਮਹਾਰਾਜ ਦੇ ਪ੍ਰੇਮ ਤੋਂ ਹਿਰਦੇ, ਤੇ ਦੱਸੋ ਉਹਨਾਂ ਨੂੰ ਹਜੂਰ ਕਹਿੰਦੇ ਧੀਰਜ ਭਾਈ ਕਿਵੇਂ ਆ ਸਕਦੀ ਆ? ਹਰ ਸਾਜਨ ਪੁਰਖ ਵਿਸਾਰ ਕੈ। ਜਿਹੜਾ ਹਰੀ ਲੋਕ ਪਰਲੋਕ ਦਾ ਸੱਜਣ ਹੈ, ਜੋ ਪੁਰਖ ਪੂਰਨ ਸਭ ਥਾਵਾਂ ਤੇ, ਜੋ ਪੂ ਨਰਕਾਂ ਤੋਂ ਰੱਖ ਰੱਖਿਆ ਕਰਨ ਵਾਲਾ ਹੈ, ਉਸ ਨੂੰ ਭੁਲਾ ਕਰਕੇ ਵਿਸਾਰ ਕਰਕੇ ਲਗੇ ਮਾਇਆ ਤੋਹ। ਜਿਹੜੀ ਧੋਖਾ ਕਰਨ ਵਾਲੀ ਹੈ ਨਾ, ਠੱਗੀ ਮਾਰਨ ਵਾਲੀ, ਛਲ ਕਰਨ ਵਾਲੀ ਮਾਇਆ, ਉਹ ਮਹਾਰਾਜ ਕਹਿੰਦੇ ਨਾਲ ਚਿੰਬੜੀ ਹੋਈ ਹੈ। ਧੋ ਜਿਹੜੀ ਖਿੱਚ ਪਈ ਹੋਈ ਮਾਇਆ ਦੀ ਹੀ ਇਹੀ ਰਾਤ ਦਿਨ ਸੰਕਲਪ ਆਈ ਜਾਂਦੇ ਐ। ਕਦੇ ਪਰਮੇਸ਼ਰ ਦਾ ਭਜਨ ਕਰਨ ਦਾ ਮਨ ਵਿੱਚ ਸੰਕਲਪ ਨਹੀਂ ਆਉਂਦਾ। ਅੱਛਾ ਮਨਾ, ਜਦੋਂ ਗ੍ਰਸਥ ਦੇ ਧੰਦਿਆਂ ਤੋਂ ਵਿਹਲੇ ਹੋਈਏ ਛੇਤੀ, ਬੱਚੇ ਵਿਆਹ ਲਏ, ਫਿਰ ਭਜਨ ਕਰਾਂਗੇ। ਉੱਦਾਂ ਵੀ ਸਾਧ ਸੰਗਤ ਜੀ ਨਿਯਮ ਰੱਖ ਕੇ ਮਿਹਨਤ ਕਰਦੇ ਹੀ ਰਹਿੰਦੇ ਐ। ਤੇ ਜਿਹੜੇ ਵਿਹਲੜ ਜਪਣਾ ਹੀ ਨਹੀਂ ਤੇ ਉਵੇਂ ਸੋਚਦੇ ਰਹਿਣਾ ਕਿ ਹਾਂ ਜਪਾਂਗੇ, ਕਰਾਂਗੇ, ਅੰਮ੍ਰਿਤ ਛਕਾਂਗੇ, ਸਤਿਗੁਰੂ ਜੀ ਕਹਿੰਦੇ ਭਾਈ ਫਿਰ ਤਾਂ ਜਨਮ ਹੀ ਸਾਰਾ ਲੰਘ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ, ਫਿਰ ਪੜ੍ਹ ਦਿਓ। ਹਰ ਸਾਜਨ ਪੁਰਖ ਵਿਸਾਰ ਕੈ। ਜੋ ਸੱਜਣ ਹੈ ਵਾਹਿਗੁਰੂ ਪਰਮੇਸ਼ਰ ਲੋਕ ਪਰਲੋਕ ਦਾ, ਉਸ ਨੂੰ ਭੁਲਾ ਕਰਕੇ ਲਗੇ ਮਾਇਆ ਤੋਹ। ਮਾਇਆ ਦੀ ਖਿੱਚੀ ਮਹਾਰਾਜ ਕਹਿੰਦੇ ਅੰਦਰ ਲੱਗ ਗਈ ਹੈ, ਜੋ ਧੋ ਛਲ ਰੂਪ ਹੈ। ਪੁੱਤਰ ਕਲਾਤਰ ਨਾ ਸੰਗ ਤਨਾ। ਮਹਾਰਾਜ ਕਹਿੰਦੇ ਜਿੰਨਾ ਚ ਤੇਰਾ ਮਨ ਲੱਗਿਆ ਹੋਇਆ, ਵੇਖ ਲੈ, ਨਾ ਪੁੱਤਰ ਨਾ ਕਲ ਧਾਤੂ ਨੂੰ ਧਾਰਨ ਕਰਨ ਵਾਲੀ ਕਲੱਤਰ ਤੇਰੀ ਇਸਤਰੀ, ਪੁੱਤਰ ਕਲੱਤਰ ਨਾ ਸੰਗ ਧਨਾ। ਜਿਹੜਾ ਧਨ ਇਕੱਠਾ ਕੀਤਾ ਉਹ ਵੀ ਨਾਲ ਨਹੀਂ ਮਹਾਰਾਜ ਕਹਿੰਦੇ ਜਾਣਾ। ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕੋਲ ਆਉਂਦਾ ਸੀ ਨਾ, ਬਾਬਾ ਬਕਾਲਾ ਸਾਹਿਬ ਦਾ ਸਿੱਖ, ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਦਾ ਇੱਕ ਵਾਰੀ ਪੁੱਛਿਆ। ਮਹਾਰਾਜ ਕਹਿੰਦੇ ਸਿੱਖੋ ਵੀ ਅੱਗੇ ਰੋਜ਼ ਆਉਂਦਾ ਸੀ, ਹੁਣ ਆਉਂਦਾ ਨਹੀਂ। ਕਹਿੰਦੇ ਮਹਾਰਾਜ ਦਾ ਵਿਆਹ ਹੋ ਗਿਆ ਤਾਂ ਨਹੀਂ ਆਉਂਦਾ। ਸਤਿਗੁਰੂ ਕਹਿੰਦੇ ਭਾਈ ਸੰਗਤ ਦੇ ਨਾਂ ਕਰਨ ਵਿੱਚ ਵਿਆਹ ਕਿਵੇਂ ਉਹਦਾ ਅੜਚਣ ਬਣ ਗਿਆ? ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿੱਖ ਕਹਿੰਦੇ ਮਹਾਰਾਜ ਘਰੇ ਹੀ ਰਹਿੰਦਾ, ਹੁਣ ਕੰਮਾਂ ਕਾਰਾਂ 'ਚ ਹੀ ਕੁਸ਼ਲ ਰਹਿੰਦਾ। ਇੱਕ ਦਿਨ ਸਤਿਗੁਰੂ ਜੀ ਨੂੰ ਉਹ ਸਾਹਮਣੇ ਮਿਲ ਪਿਆ, ਸੈਰ ਕਰਦੇ ਆ, ਮਹਾਰਾਜ ਜਾ ਰਹੇ ਸੀ, ਮੱਥਾ ਟੇਕਿਆ। ਫਿਰ ਉਸਨੇ ਮਹਾਰਾਜ ਪੁੱਛ ਲਿਆ ਸੁਭਾਏ ਕਿ ਸਿੱਖਾ ਤੂੰ ਸੰਗਤ 'ਚ ਨਹੀਂ ਆਉਂਦਾ? ਕਹਿੰਦਾ ਮਹਾਰਾਜ ਹੁਣ ਤਾਂ ਗ੍ਰਸਤ ਦੇ ਧੰਦੇ ਗਲ ਪੈ ਗਏ, ਮਹਾਰਾਜ ਮੇਰਾ ਵਿਆਹ ਹੋ ਗਿਆ, ਮਹਾਰਾਜ ਹੁਣ ਤਾਂ ਮੇਰੇ ਕੋਲ ਸਮਾਂ ਹੀ ਨਹੀਂ ਲੱਗਦਾ। ਸਤਿਗੁਰੂ ਜੀ ਕਹਿੰਦੇ ਸਭ ਵਿਅਰਥ ਵੈ, ਤੂੰ ਭਜਨ ਜ਼ਰੂਰ ਕਰਿਆ ਕਰ, ਸੰਗਤ ਕਰਿਆ ਕਰ। ਹਜੂਰ ਦੀ ਬਾਣੀ ਵੀ ਇਹੀ ਸਿੱਖਿਆ ਦਿੰਦੀ ਹੈ ਨਾ। ਸੱਚੇ ਪਾਤਸ਼ਾਹ ਨੇ ਕਿੰਨਾ ਸਮਝਾਇਆ ਹੈ ਕਿ ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ, ਅਵਸਰ ਬੀਤਿਓ ਜਾਤ ਹੈ, ਕਹਿਓ ਮਾਨ ਲੈ ਮੇਰੋ। ਕਹਿੰਦਾ ਮਹਾਰਾਜ ਘਰ ਵਾਲੀ ਮੋਹ ਬੜਾ ਕਰਦੀ ਹੈ, ਉਹ ਸੰਗਤ ਚ ਆਉਣ ਹੀ ਨਹੀਂ ਦਿੰਦੀ। ਹੁਣ ਮਹਾਰਾਜ ਕਹਿੰਦੇ ਉਹਦਾ ਮੋਹ ਦਿਖਾ ਦਈਏ ਤੈਨੂੰ, ਫਿਰ ਕਿਹੋ ਜਿਹਾ? ਕਹਿੰਦਾ ਹਾਂ ਮਹਾਰਾਜ ਜਾਂ ਤਾਂ ਦਿਖਾਓ। ਫਿਰ ਸਤਿਗੁਰੂ ਜੀ ਨੇ ਉਹਨੂੰ ਕਿਹਾ ਕਿ ਤੂੰ ਨਾ ਗੁਰਮੰਤਰ ਜਪਦਾ ਹੋਇਆ ਸਵਾਸ ਖਿੱਚ ਲਈ, ਤੇਰੇ ਦਸਮ ਦਵਾਸ 'ਚ ਸਵਾਸ ਚੜ ਜਾਣਗੇ। ਤੇ ਸਾਧ ਸੰਗਤ ਜੀ ਉਹਦੇ ਸਵਾਸ ਜਿਹੜੇ ਨਾ ਉਹ ਦਸਮ ਦਵਾਸ ਦੇ ਵਿੱਚ ਚੜ ਗਏ। ਸਾਖੀ ਲੰਮੀ ਹੈ ਤੇ ਉਹ ਹੈ ਤਾਂ ਜੀਂਦਾ ਸੀਗਾ, ਪਰ ਜਦੋਂ ਦਸਮ 'ਚ ਚੜ ਜਾਣ, ਚੜ੍ਹਦੇ ਸੌਖੇ ਨਹੀਂ, ਮਹਾਰਾਜ ਦੇ ਬਚਨਾਂ ਨਾਲ ਚੜ ਗਏ। ਤੇ ਫਿਰ ਉਹ ਸੀਗਾ ਤੇ ਜਿਉਂਦਾ, ਪਰ ਉਹਦੀ ਘਰਵਾਲੀ ਨੂੰ ਮੁਰਦਾ ਪ੍ਰਤੀਤ ਹੋ ਰਿਹਾ ਸੀ। ਬਾਹਰੋਂ ਉਹਨੂੰ ਪਤਾ ਲੱਗ ਗਿਆ ਤਾਂ ਮਰ ਗਿਆ। ਉਹਨੇ ਅੱਧੀ ਰਾਤ ਜਦੋਂ ਵੇਖਿਆ ਤਾਂ ਸੋਚ ਕੇ ਮਨ ਵਿੱਚ ਖਿਆਲ ਕੀਤਾ ਕਿ ਜੇ ਹੁਣੇ ਰੋਣਾ ਸ਼ੁਰੂ ਕੀਤਾ ਤੇ ਦਿਨ ਚੜ੍ਹਦੇ ਤੱਕ ਤਾਂ ਥੱਕ ਜਾਂਗੀ। ਤੇ ਫਿਰ ਉਹਨੇ ਇਹ ਸੋਚਿਆ ਕਿ ਦਿਨੇ ਰਿਸ਼ਤੇਦਾਰ ਇਕੱਠੇ ਹੋਣੇ ਆ ਤੇ ਖਾਣ ਨੂੰ ਸਮਾਂ ਨਹੀਂ ਲੱਗਣਾ, ਭੁੱਖਿਆਂ ਰਹਿਣਾ ਪਵੇਗਾ। ਉਹਨੇ ਫਿਰ ਚੌਲ ਬਣਾਏ ਤੇ ਉਹ ਖਾਧੇ ਤੇ ਕੁਝ ਲੁਕਾ ਕੇ ਰੱਖ ਲਏ ਕਿ ਚਲੋ ਜੇ ਦਿਨੇ ਭੁੱਖ ਲੱਗੇਗੀ ਤੇ ਅੱਖ ਬਚਾ ਕੇ ਖਾ ਲਾਂਗੇ ਥੋੜੇ ਬਹੁਤੇ। ਇਸ ਤਰ੍ਹਾਂ ਉਹਨੇ ਕੀਤਾ ਸਾਰਾ ਕੁਝ। ਉਹ ਵੇਖ ਰਿਹਾ ਕਿ ਇਹਨੂੰ ਮੈਂ ਮਰਿਆ ਪ੍ਰਤੀਤ ਹੋ ਰਿਹਾ ਤੇ ਇਹ ਕਰ ਕੀ ਰਹੀ ਹੈ, ਤੇ ਸਭ ਕੁਝ ਉਸ ਨੂੰ ਮਹਿਸੂਸ ਹੋ ਰਿਹਾ ਹੈ। ਪਰ ਮਹਾਰਾਜ ਸਵਾਸ ਚੜਾਉਣੇ ਦੱਸੇ ਸੀ, ਉਤਾਰਨੇ ਤਾਂ ਦੱਸੇ ਹੀ ਨਹੀਂ ਸੀ, ਕਿਉਂਕਿ ਉਤਾਰ ਵੀ ਤਾਂ ਆਪਣੇ ਆਪ ਨਹੀਂ ਨਾ ਸਕਦਾ ਫਿਰ। ਤੇ ਉਹ ਚਾਹੁੰਦਾ ਉਤਾਰਨਾ, ਪਰ ਹੁਣ ਉਤਾਰੇ ਕਿਵੇਂ? ਤੇ ਇਉਂ ਫਿਰ ਦਿਨੇ ਜਦੋਂ ਬੂਹਾ ਖੋਲ੍ਹਿਆ ਉਸਨੇ ਬੜਾ ਰੌਲਾ ਪਾਇਆ, ਪਿੱਟਣਾ ਸ਼ੁਰੂ ਕੀਤਾ, ਮੇਰੇ ਸਿਰ ਦਾ ਸਾਈਂ ਚੜ੍ਹਾਈ ਕਰ ਗਿਆ। ਰਿਸ਼ਤੇਦਾਰ ਸਾਰੇ ਇਕੱਠੇ ਹੋਏ, ਫਿਰ ਉਹਨੂੰ ਪਾ ਕੇ ਫੱਟੇ ਤੇ ਲੈ ਚੱਲੇ ਸੰਸਕਾਰਨ ਵਾਸਤੇ। ਮਹਾਰਾਜ ਆਗਿਆ ਕੀਤੀ ਭਈ
ਇਹ ਜਦੋਂ ਲੈ ਕੇ ਜਾਣ ਤੇ ਰੋਕ ਲਿਓ। ਸਤਿਗੁਰੂ ਪਾਤਸ਼ਾਹ ਜੀ ਦੇ ਉਹ ਜਦੋਂ ਅੱਗੋਂ ਦੀ ਲੰਘੇ ਨਾ ਘਰ ਦੇ ਤੇ ਉਹ ਰੋਕ ਲਿਆ ਸਿੱਖਾਂ ਨੇ ਕਿ ਮਹਾਰਾਜ ਦੀ ਆਗਿਆ ਰੁਕ ਜਾਓ। ਹਜੂਰ ਆਪ ਆਏ ਤੇ ਸਤਿਗੁਰੂ ਜੀ ਨੇ ਕਿਹਾ ਕਿ ਭਾਈ ਜਿਹੜਾ ਇਹ ਮੁਰਦਾ ਜਿੰਦਾ ਕਰ ਦਈਏ। ਬੜੇ ਸਾਰੇ ਕਹਿਣ ਹਾਂ ਮਹਾਰਾਜ ਤੁਸੀਂ ਕਿਰਪਾ ਕਰੋ। ਸਤਿਗੁਰਾਂ ਜੀ ਨੇ ਪਰਖਣ ਲਈ ਉਹਨੂੰ ਦਿਖਾਉਣ ਲਈ ਫਿਰ ਕਿਹਾ ਕਿ ਜਿਹੜਾ ਇਹਦੇ ਥਾਂ ਆਪਣਾ ਸਰੀਰ ਦੇਗਾ ਉਹ ਮਰ ਜਾਏਗਾ ਤੇ ਜਿਉਂਦਾ ਹੋ ਜਾਏਗਾ। ਸਤਿਗੁਰਾਂ ਜੀ ਨੇ ਜਿਹਨੂੰ ਪਹਿਲੋਂ ਨੇਹ ਬੜਾ ਕਰਦਾ ਸੀ, ਮਹਾਰਾਜ ਕਹਿੰਦੇ ਬੀਬਾ ਤੇਰਾ ਪਤੀ ਹੈ, ਤੂੰ ਐਂ ਕਰ ਵੀ ਮਹਾਰਾਜ ਨੇ ਨਾ ਉਹ ਸਾਖੀ ਵਿੱਚ ਜ਼ਿਕਰ ਆਉਂਦਾ ਹੈ ਕਿ ਦੁੱਧ ਮੰਗਾ ਕੇ ਤੇ ਉਹਦੇ ਵਿੱਚ ਪੁੜੀ ਘੋਲ ਦਿੱਤੀ, ਆਖਿਆ ਜ਼ਹਿਰ ਦੀ ਪੁੜੀ ਹੈ। ਸੀਗੀ ਤਾਂ ਉਹ ਜ਼ਹਿਰ ਦੀ ਨਹੀਂ ਸੀ, ਪਰ ਮਹਾਰਾਜ ਸਾਹਿਬ ਜੀ ਨੇ ਕੌਤਕ ਕਰਨਾ ਸੀ। ਮਹਾਰਾਜ ਕਹਿੰਦੇ ਜਿਹੜਾ ਦੁੱਧ ਛਕ ਲੇ ਉਹ ਚੜ੍ਹਾਈ ਕਰ ਜਾਏਗਾ, ਮਰਿਆ ਜਿਉਂਦਾ ਹੋ ਜਾਏਗਾ। ਤੇ ਉਹਨੂੰ ਜਦੋਂ ਕਿਹਾ ਉਹ ਕਹਿਣ ਲੱਗੀ ਮਹਾਰਾਜ ਹੁਣ ਇਹਨੂੰ ਸਾਰਿਆਂ ਰੋ ਲਿਆ, ਫਿਰ ਮੈਨੂੰ ਰੋਣਗੇ ਤੇ ਹੁਣ ਠੀਕ ਹੈ ਚੜ੍ਹਾਈ ਕਰ ਗਿਆ, ਕੋਈ ਗੱਲ ਨਹੀਂ। ਉਹਨੇ ਜਵਾਬ ਦਿੱਤਾ, ਮਾਤਾ ਨੇ ਪਿਤਾ ਨੇ ਸਭ ਨੇ ਜਵਾਬ ਦਿੱਤਾ। ਮਹਾਰਾਜ ਕਿਹਾ ਕੋਈ ਮਰਿਆ ਨਾ ਮੋਇਆ ਨਾਲੇ, ਮਰਿਆ ਨਾਲ ਕੌਣ ਮਰਦਾ। ਫਿਰ ਵੇਖਣ ਵੀ ਜਾਂਦੇ ਤੇ ਦੂਰੋਂ ਦੂਰੋਂ ਵੇਖ ਕੇ ਪਛਾਣ ਹਟ ਜਾਂਦੇ ਆ ਕਈ ਤੇ ਇੰਨਾ ਡਰਦੇ ਹੁੰਦੇ ਆ ਕਿ ਦੂਰੋਂ ਹੀ ਉਹਨਾਂ ਨੂੰ ਸਮਾਜਿਕ ਆਪਣੇ ਜਿਹੜੇ ਆ ਉਹ ਰੀਤੀ ਰਿਵਾਜ ਕਰਕੇ ਜਾਣਾ ਪੈਂਦਾ, ਪਰ ਡਰ ਇੰਨਾ ਹੁੰਦਾ ਲਾਗੇ ਜਾਂਦੇ ਹੀ ਨਹੀਂ ਹੈ। ਮੁਰਦਾ ਉਹੋ ਹੀ ਸਰੀਰ ਹੁੰਦਾ, ਜਦੋਂ ਮਰ ਗਿਆ ਹੁੰਦਾ ਫਿਰ ਇੰਨਾ ਭਇਆ ਕਰਦੇ ਆ। ਤੇ ਜਦੋਂ ਸਾਰਿਆਂ ਜਵਾਬ ਦੇਤਾ, ਮਹਾਰਾਜ ਦੁੱਧ ਵਿੱਚ ਜ਼ਹਿਰ ਤਾਂ ਮਿਲਾਈ ਨਹੀਂ ਸੀ। ਮਹਾਰਾਜ ਨੇ ਸਿੱਖ ਨੂੰ ਕਿਹਾ ਬਈ ਤੂੰ ਪੀ ਲੈ, ਤੇ ਉਹ ਸਿੱਖ ਨੂੰ ਕੀ ਹੋਣਾ ਸੀ, ਜ਼ਹਿਰ ਥੋੜੀ ਸੀ ਉਹਦੇ 'ਚ। ਮਹਾਰਾਜ ਕਹਿੰਦੇ ਇਹਦੀਆਂ ਤਲੀਆਂ ਝੱਸੋ ਬਈ। ਜਦੋਂ ਤਲੀਆਂ ਝੱਸੀਆਂ ਤੇ ਸਿਰ ਤੇ ਮਾਲਸ਼ ਕੀਤੀ ਗੁਰੂ ਸਾਹਿਬ ਨੇ, ਉਹ ਜਦੋਂ ਵਿਧੀ ਪੂਰਵਕ ਪ੍ਰਾਣ ਉਹਦੇ ਉਤਾਰ ਦਿੱਤੇ ਨਾ, ਤੇ ਉਹ ਸਤਿਗੁਰੂ ਜੀ ਆਪ ਤਾਂ ਤੁਰ ਪਏ ਆਪਣੇ ਘਰ ਵੱਲ ਨੂੰ ਤੇ ਮਹਾਰਾਜ ਦੇ ਪਿੱਛੇ ਹੀ ਤੁਰ ਪਿਆ। ਮਹਾਰਾਜ ਕਹਿੰਦੇ ਜਾ ਬਈ ਹੁਣ ਤੂੰ ਆਪਣੇ ਘਰ ਜਾ, ਤੂੰ ਕੀ ਸਾਡੇ ਮਗਰ ਲੈਣ ਆਉਣਾ। ਕਹਿੰਦਾ ਨਾ ਮਹਾਰਾਜ ਹੁਣ ਤਾਂ ਤੁਸੀਂ ਪ੍ਰਤੱਖ ਹੀ ਦਿਖਾਤਾ। ਘਰ ਵਾਲੀ ਨੇ ਅੱਗੇ ਹੱਥ ਹੋ ਕਰਕੇ ਹੱਥ ਫੜਿਆ, ਤੂੰ ਕਿੱਧਰ ਚੱਲਿਆ। ਉਹ ਕਹਿੰਦਾ ਜਾ ਉਹ ਚੌਲ ਖਾ ਜਿਹੜੇ ਰਾਤ ਲੁਕਾ ਕੇ ਰੱਖੇ। ਤੇ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪੁੱਤਰ ਕਲੱਤਰ ਨਾ ਸੰਗ ਧਨਾ, ਨਾ ਪੁੱਤਰ ਜਿਹਦੇ ਨਾਲ ਮੋਹ ਪਿਆ ਰਹਿੰਦਾ ਹੈ ਕਿ ਬਿਰਧ ਹੋਇਆਂ ਦੀ ਇਹ ਬੜੀ ਡੰਗੋਰੀ ਬਣਨਗੇ, ਬੜਾ ਆਸਰਾ ਦੇਣਗੇ। ਮਾਇਆ ਕਰਕੇ ਸਾਧ ਸੰਗਤ ਜੀ ਉਹ ਵੀ ਮੱਤ ਮਾਰੀ ਜਾਂਦੀ। ਬਿਰਧ ਅਵਸਥਾ ਵਿੱਚ ਮਾਤਾ ਪਿਤਾ ਰੁਲਦੇ ਫਿਰਦੇ ਆ, ਕੋਈ ਪੁੱਤਰ ਬਾਤ ਨਹੀਂ ਪੁੱਛਦੇ, ਇਹੋ ਜਿਹਾ ਸਮਾਂ ਭਿਆਨਕ ਹੈ। ਮਹਾਰਾਜ ਕਹਿੰਦੇ ਪੁੱਤਰਾਂ ਦੀ ਟੇਕ ਨਾ ਰੱਖ, ਇਸਤਰੀ ਦੀ ਜਿਹੜੀ ਹੈ ਵਿਸ਼ੇ ਵਾਸਨਾ ਵਿੱਚ ਮੋਹ 'ਚ ਨਾ ਫਸ, ਨਾ ਆਪਣੇ ਧਨ ਦੀ ਟੇਕ ਰੱਖ। ਸਤਿਗੁਰੂ ਕਹਿੰਦੇ ਤੇਰੇ ਨਾਲ ਨਹੀਂ ਨਿਭਣੇ ਹਨ। ਹਰ ਅਵਿਨਾਸੇ ਓਹੋ, ਨਾਸ ਤੋਂ ਰਹਿਤ ਜੋ ਪਰਮੇਸ਼ਰ ਹੈ ਨਾ, ਉਹੋ ਹੀ ਤੇਰੇ ਹੁਣ ਵੀ ਨਾਲ ਹੈ, ਤੇ ਜਦੋਂ ਤੇਰੇ ਕੋਲ ਸਰੀਰ ਨਾ ਹੋਇਆ ਉਦੋਂ ਵੀ ਉਸ ਹੀ ਤੇਰੇ ਨਾਲ ਹੋਣਾ ਹੈ। ਇਸੇ ਕਰਕੇ ਮਹਾਰਾਜ ਕਿਹਾ ਕਿ ਸੰਗ ਸਖਾ ਸਭ ਤਜ ਗਏ, ਕਹੂ ਨ ਨਿਭਿਓ ਸਾਥ, ਕਹੋ ਨਾਨਕ ਇਹ ਬਿਪਤ ਮੈਂ, ਟੇਕ ਏਕ ਰਘੁਨਾਥ। ਉਸ ਵਾਹਿਗੁਰੂ ਦੀ ਹੀ ਟੇਕ ਰੱਖ। ਜਦੋਂ ਕੋਈ ਨਹੀਂ ਤੇਰੇ ਨਾਲ ਹੋਵੇਗਾ ਉਦੋਂ ਪਰਮੇਸ਼ਰ ਹੀ ਤੇਰੇ ਨਾਲ ਹੋਵੇਗਾ। ਲੋਕ ਪਰਲੋਕ ਵਿੱਚ ਮਹਾਰਾਜ ਕਹਿੰਦੇ ਭਾਈ ਉਹ ਵਾਹਿਗੁਰੂ ਹੀ ਹੈ ਸਾਥ ਦੇਣ ਵਾਲਾ। ਪਲਚ ਪਲਚ ਸਗਲੇ ਮੋਏ, ਮਹਾਰਾਜ ਕਹਿੰਦੇ ਮਾਇਆ ਵਿੱਚ ਭਾਈ ਪਲਚ ਪਲਚ ਪਰਚ ਪਰਚ ਕੇ ਤੇ ਪਲਚ ਪਲਚ ਫਸ ਬਸ ਕੇ, ਪਲਚ ਪਲਚ ਉਰਜ ਉਰਜ ਕੇ ਮਰ ਗਈ ਸਾਰੀ ਸ੍ਰਿਸ਼ਟੀ। ਝੂਠਾ ਧੰਦਾ ਮੋਹ, ਇਹ ਮਹਾਰਾਜ ਕਹਿੰਦੇ ਝੂਠੇ ਹੀ ਧੰਦੇ ਆ ਨਾ ਜਿਹੜੇ ਦੇਹ ਤੋਂ ਉਤਪਨ ਹੋਏ ਆ, ਤੇ ਇਹਨਾਂ ਧੰਦਿਆਂ ਦੇ ਮੋਹ 'ਚ ਹੀ ਮਹਾਰਾਜ ਕਹਿੰਦੇ ਭਾਈ ਜੀਵ ਫਸਿਆ ਰਹਿੰਦਾ ਹੈ। ਤੇ ਇਹਨਾਂ 'ਚ ਹੀ ਫਸ ਕਰਕੇ ਜਿਵੇਂ ਮਕੜੀ ਆਪਣੀ ਜਾਲ 'ਚ ਫਸ ਕਰਕੇ ਸਾਧ ਸੰਗਤ ਜੀ ਜਿਹੜੀ ਉਹ ਪੁੱਠੀ ਲਟਕ ਜਾਂਦੀ ਹੈ, ਇਵੇਂ ਹੀ ਇਹਨੂੰ ਉਹ ਦੂਰ ਸੁੱਖ ਦਿਸਦੇ ਰਹਿੰਦੇ ਆ। ਅੱਛਾ ਬੱਚੇ ਵਿਆਹ ਲਏ ਸੁਖੀ ਹੋ ਜਾਣਗੇ, ਫਿਰ ਘਰ ਵੱਡਾ ਪਾ ਲਿਆ ਸੁਖੀ ਹੋ ਜਾਣਗੇ, ਇਸ ਤਰ੍ਹਾਂ ਦੂਰ ਇਹਨੂੰ ਸੁੱਖ ਦਿਸਦੇ ਰਹਿੰਦੇ। ਫਿਰ ਪੋਤੇ ਪੋਤੀਆਂ ਤੱਕ ਸੁੱਖ ਚਲੇ ਜਾਂਦੇ ਆ, ਤੇ ਪਰ ਸੁੱਖ ਇਹਦੇ ਕੋਲ ਆਉਂਦਾ ਹੀ ਨਹੀਂ, ਸਰੀਰ ਸਮਾਪਤ ਹੋ ਜਾਂਦਾ। ਮਹਾਰਾਜ ਕਹਿੰਦੇ ਭਾਈ ਪਲਚ ਪਲਚ ਸਗਲੀ ਮੋਈ ਝੂਠਾ ਧੰਦਾ ਮੋਹ। ਇਹ ਝੂਠੇ ਹਨ ਧੰਦੇ ਸਾਰੇ, ਮਾਇਆ ਤੋਂ ਉਤਪਨ ਹੋਏ ਦੇਹ ਕਰਕੇ। ਮਹਾਰਾਜ ਕਹਿੰਦੇ ਭਾਈ ਇਹਨਾਂ 'ਚ ਫਸ ਕੇ ਜੀਵ ਮਰ ਜਾਂਦਾ ਏ। ਕਸ ਹਰ ਕੇ ਨਾਮ ਬਿਨ, ਇੱਕ ਵਾਹਿਗੁਰੂ ਦੇ ਨਾਮ ਤੋਂ ਬਿਨਾ ਮਹਾਰਾਜ ਕਹਿੰਦੇ ਜੋ ਤੂੰ ਕੂੜ ਕਬਾੜ ਇਕੱਠਾ ਕੀਤਾ ਏ, ਅੱਗੇ ਲਈਏ ਹੈ ਖੋਹੇ। ਜਿਹੜੇ ਪਾਪ ਕਰਮ ਕੀਤੇ ਉਹਨਾਂ ਬਦਲੇ ਤਾਂ ਮਹਾਰਾਜ ਕਹਿੰਦੇ ਆ ਕਿ ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕਰ ਔਗਣ ਪਛੋਤਾਵਣਾ। ਉਹਨਾਂ ਕਰਕੇ ਤਾਂ ਪਛਤਾਵਾ ਲੱਗਦਾ ਹੈ। ਜਿਹੜੇ ਪੁੰਨ ਹੁੰਦੇ ਆ ਥੋੜੇ ਬਹੁਤੇ
ਉਹ ਕਹਿਣ ਵੀ ਸੰਗਲ ਬੜਾ ਭਾਰਾ ਲੱਗਦਾ ਹੈ। ਉਹ ਪੁੰਨ ਕਹਿੰਦੇ ਲੈ ਲਾ ਦੇ, ਪੁੰਨ ਦੇ, ਫਿਰ ਲਾ ਦਿੰਨੇ ਸੰਗਲ ਗਲੋਂ। ਭੱਜ ਕੇ ਉਹਨਾਂ ਕੋਲੋਂ ਕਿੱਥੇ ਜਾਣਾ ਹੁੰਦਾ, ਉਨੀ ਤਕੜੇ ਪਾਏ ਹਾਥ। ਮਹਾਰਾਜ ਕਹਿੰਦੇ ਭਾਈ ਫਿਰ ਪੁੰਨ ਵੀ ਉਹ ਖੋਹ ਲੈਂਦੇ ਸਾਰੇ ਪਰਲੋਕ ਤੱਕ ਜਾਂਦਿਆਂ ਹੋਇਆਂ। ਇੱਕ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਮਹਾਰਾਜ ਕਹਿੰਦੇ ਸਭ ਕੁਝ ਜੀਵ ਤੇਰੇ ਕੋਲੋਂ ਖੁੱਸ ਜਾਣਾ ਹੈ। ਇੱਕ ਨਹੀਂ ਖੋ ਸਕਦੇ ਤੇ ਵਾਹਿਗੁਰੂ ਦਾ ਜਪਿਆ ਹੋਇਆ ਨਾਮ ਨਹੀਂ ਜਿਹੜੇ ਹਨ ਉਹ ਜਮ ਖੋ ਸਕਦੇ। ਬਾਕੀ ਸਭ ਪੁੰਨ ਵੀ ਖੋ ਲੈਂਦੇ ਆ, ਪਾਪਾਂ ਕਰਕੇ ਸਜ਼ਾ ਮਿਲਦੀ ਆ। ਦਇਓ ਵਿਸਾਰ ਵਿਗੋਚਣਾ, ਦਇਓ ਜੋ ਪ੍ਰੇਰਕ ਹੈ ਨਾ ਸਭ ਦੇ ਅੰਦਰ, ਜਿਹਨੂੰ ਸਭ ਨੂੰ ਪ੍ਰੇਰਨਾ ਦੇਣ ਵਾਲਾ, ਮਹਾਰਾਜ ਕਹਿੰਦੇ ਭਾਈ ਉਹ ਪ੍ਰੇਰਕ ਪਰਮੇਸ਼ਰ ਨੂੰ ਵਿਸਾਰ ਕਰਕੇ ਵਿਗੁਚਣਾ ਖਰਾਬ ਹੀ ਹੋਣਾ ਪੈਂਦਾ ਏ। ਪ੍ਰਭ ਬਿਨ ਅਵਰ ਨਾ ਕੋਏ, ਵਾਹਿਗੁਰੂ ਤੋਂ ਬਿਨਾ ਮਹਾਰਾਜ ਕਹਿੰਦੇ ਭਾਈ ਹੋਰ ਕੋਈ ਨਹੀਂ ਰਾਖਾ, ਪਰਮੇਸ਼ਰ ਹੀ ਰਾਖਾ ਲੋਕ ਪਰਲੋਕ ਦਾ। ਪ੍ਰੀਤਮ ਚਰਣੇ ਜੋ ਲਗੇ, ਜੋ ਪਿਆਰੇ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਨਾਲ ਮਹਾਰਾਜ ਕਹਿੰਦੇ ਲੱਗ ਗਏ ਐ। ਜੋ ਸਾਧ ਸੰਗਤ ਜੀ ਪ੍ਰੀਤਮ ਪਿਆਰੇ ਹਨ ਸਤਿਗੁਰੂ ਜੀ, ਜੋ ਵਾਹਿਗੁਰੂ ਦਾ ਪਿਆਰ ਲਾਉਣ ਵਾਲੇ ਐ, ਸਤਿਗੁਰਾਂ ਜੀ ਦੇ ਜਿਹੜੇ ਚਰਨਾਂ ਨਾਲ ਜੁੜ ਗਏ ਹਨ। ਤਿਨ ਕੇ ਨਿਰਮਲ ਸੋਏ, ਉਹਨਾਂ ਦੀ ਸੋਏ ਸੋਭਾ ਜਿਹੜੀ ਸੱਚੇ ਪਾਤਸ਼ਾਹ ਜੀ ਕਹਿੰਦੇ ਬੜੀ ਭਾਈ ਨਿਰਮਲ ਹੁੰਦੀ ਹੈ, ਬੜੀ ਪਵਿੱਤਰ ਹੁੰਦੀ ਆ। ਨਾਨਕ ਕੇ ਪ੍ਰਭ ਬੇਨਤੇ, ਹਜੂਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਵਾਹਿਗੁਰੂ ਸਾਡੀ ਬੇਨਤੀ ਆਪ ਦੇ ਚਰਨਾਂ ਦੇ ਵਿੱਚ। ਪ੍ਰਭ ਮਿਲਹੁ ਪ੍ਰਾਪਤ ਹੋਏ, ਵਾਹਿਗੁਰੂ ਸਾਨੂੰ ਇਸ ਮਨੁੱਖਾ ਜਨਮ ਵਿੱਚ ਹੀ ਮਿਲੋ ਤੇ ਫਿਰ ਮਹਾਰਾਜ ਪ੍ਰਾਪਤ ਹੀ ਰਹੋ, ਕਦੇ ਵਿਛੜੋ ਨਾ। ਇਹ ਮਹਾਰਾਜ ਸਾਡੀ ਬੇਨਤੀ ਹੈ ਕਿ ਹੁਣ ਇਹ ਵਾਰੀ ਖੁੰਝ ਗਈ ਤੇ ਫਿਰ ਖੌੜੇ ਕਿੱਥੇ ਜਾ ਕਰਕੇ ਡਿੱਗਾਂਗੇ, ਕਿਉਂਕਿ ਇਸ ਪੌੜੀ ਤੇ ਜੋ ਨਰ ਚੁੱਕਾ ਸੋ ਆਏ ਜਾਏ ਦੁੱਖ ਪਾਏਂਦਾ। ਮਹਾਰਾਜ ਇਹ ਵਾਰੀ ਆਪ ਨੇ ਦਿੱਤੀ ਹੈ, ਸਾਡੀ ਇਹ ਬੇਨਤੀ ਹੈ। ਹਜੂਰ ਸਾਨੂੰ ਬੇਨਤੀ ਕਰਨ ਦੀ ਜਾਚ ਦੱਸਦੇ ਹਨ। ਮਹਾਰਾਜ ਸਾਨੂੰ ਮਿਲੋ ਇਸ ਮਨੁੱਖਾ ਜਨਮ ਦੇ ਅੰਦਰ ਤੇ ਮਹਾਰਾਜ ਫਿਰ ਸਦਾ ਹੀ ਪ੍ਰਾਪਤ ਰਹੋ। ਵੈਸਾਖ ਸੁਹਾਵਾ ਤਾਂ ਲੱਗਾ, ਇਹ ਵੈਸਾਖ ਦਾ ਮਹੀਨਾ ਮਹਾਰਾਜ ਕਹਿੰਦੇ ਸੋਹਣਾ ਤਾਂ ਲੱਗਦਾ ਹੈ। ਵਿਸਾਖ ਦੇ ਮਹੀਨੇ ਦੀ ਨਿਆਈ ਇਹ ਮਨੁੱਖਾ ਜਨਮ ਸਤਿਗੁਰੂ ਜੀ ਕਹਿੰਦੇ ਤਾਂ ਭਾਈ ਸੋਹਣਾ ਬਣ ਜਾਂਦਾ ਏ। ਜਾਂ ਸੰਤ ਭੇਟੈ ਹਰ ਸੋਏ, ਜਾਂ ਮਹਾਰਾਜ ਕਹਿੰਦੇ ਸੰਤਾਂ ਦੀ ਸੰਗਤ ਕਰਕੇ ਵਾਹਿਗੁਰੂ ਨਾਲ ਭੇਟਾ ਮਿਲਾਪ ਹੋ ਜਾਏ ਨਾ ਸੋਏ ਉਸ ਪਰਮੇਸ਼ਰ ਨਾਲ, ਤਾਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਮਨੁੱਖਾ ਜਨਮ ਰੂਪੀ ਵਿਸਾਖ ਦਾ ਮਹੀਨਾ ਬੜਾ ਹੀ ਫੱਬਦਾ ਹੈ, ਬੜਾ ਹੀ ਸੋਹਣਾ ਲੱਗਦਾ ਹੈ। ਵਿਸਾਖ ਦਾ ਮਹੀਨਾ ਸਾਧ ਸੰਗਤ ਜੀ ਇਹ ਜਦੋਂ ਐਨ ਜੋਬਨ ਤੇ ਆਈ ਹੋਈ ਬਸੰਤ ਰੁੱਤ, ਫੁੱਲ ਸਾਰ ਸਵੇਰੇ ਜਿਹੜੇ ਆ ਉਹ ਖਿੜਾ 'ਚ ਆ ਜਾਂਦੇ ਐ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਐ ਕਿ ਭੌਰੇ ਵੀ ਜਿਹੜੇ ਆ ਉਹਨੂੰ ਰਸ ਲੈਂਦੇ ਹੋਏ ਮਕਰੰਦ ਰਸ ਨੂੰ ਚੂਸਦੇ ਹੋਏ ਆਨੰਦਿਤ ਹੋ ਜਾਂਦੇ ਐ। ਉਹਨਾਂ ਅਲੰਕਾਰਾਂ ਰਾਹੀਂ ਸਤਿਗੁਰੂ ਜੀ ਕਹਿੰਦੇ ਐ ਤੂੰ ਵੀ ਆਪਣੀ ਬਿਰਤੀ ਨੂੰ ਭੌਰਾ ਬਣਾ ਲੈ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਵਿੱਚ ਜਿਹੜਾ ਬ੍ਰਹਮਾ ਆਨੰਦ ਦਾ ਮਕਰੰਦ ਰਸ ਹੈ ਨਾ, ਉਹ ਆਪਣੀ ਬਿਰਤੀ ਰੂਪੀ ਭੌਰੇ ਦੇ ਨਾਲ ਮਹਾਰਾਜ ਕਹਿੰਦੇ ਤੂੰ ਵੀ ਚੂਸ ਕਰਕੇ ਨਿਹਾਲ ਹੋ ਤੇ ਤੈਨੂੰ ਵੀ ਇਸ ਬਸੰਤ ਰੁੱਤ ਦਾ ਲਾਭ ਪ੍ਰਾਪਤ ਹੋਵੇ। ਵਾਹਿਗੁਰੂ ਦੇ ਪਿਆਰ ਦੀ ਬਸੰਤ ਰੁੱਤ ਜਿਹੜੀ ਹੈ ਉਹ ਸਾਧ ਸੰਗਤ ਜੀ ਅੰਦਰ ਫਿਰ ਖੁਸ਼ੀਆਂ ਤੇ ਖੇੜਾ ਭਰਦੀ ਹੈ। ਉਹਨਾਂ ਨੂੰ ਸਦਾ ਹੀ ਬਸੰਤ ਵਰਗਾ ਸਾਧ ਸੰਗਤ ਜੀ ਖੜਾ ਬਣਿਆ ਰਹਿੰਦਾ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਵਿਸਾਖ ਦਾ ਮਹੀਨਾ ਭਾਈ ਉਹਨਾਂ ਨੂੰ ਬੜਾ ਹੀ ਸੋਹਣਾ ਹੈ ਜਿਨ੍ਹਾਂ ਨੂੰ ਸਤਸੰਗਤ ਮਿਲ ਗਈ ਹੈ ਤੇ ਸਤਸੰਗਤ ਕਰਦਿਆਂ ਹੋਇਆਂ ਪ੍ਰਭੂ ਦਾ ਸਪਰਸ਼ ਪ੍ਰਾਪਤ ਹੁੰਦਾ ਹੈ। ਧੰਨ ਹਨ ਉਹ ਪ੍ਰਾਣੀ, ਉਹਨਾਂ ਦਾ ਮਨੁੱਖਾ ਜਨਮ ਵੀ ਧੰਨ ਹੈ, ਵਿਸਾਖ ਦਾ ਮਹੀਨਾ ਵੀ ਇਹ ਸਫਲਾ ਹੈ। ਇਹ ਵਿਸਾਖ ਦਾ ਮਹੀਨਾ ਸਤਿਗੁਰਾਂ ਜੀ ਨੇ ਜਿਹਦਾ ਉਪਦੇਸ਼ ਸਾਧ ਸੰਗਤ ਜੀ ਲੜੀਵਾਰ ਕਥਾ ਵਿੱਚ ਆਇਆ ਤੇ ਵਿਸਾਖੀ ਦੇ ਪੁਰਬ ਤੇ ਵੀ ਇਸ ਮਹੀਨੇ ਦੀ ਕਥਾ ਹੋਈ ਸੀ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਗਰੀਬ ਨਵਾਜ ਦਾ ਅੰਮ੍ਰਿਤ ਉਪਦੇਸ਼ ਹਿਰਦੇ ਵਿੱਚ ਵਸੇ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਨਾਨਕ ਕੇ ਪ੍ਰਭ ਬੇਨਤੇ, ਪ੍ਰਭ ਮਿਲਹੁ ਪ੍ਰਾਪਤ ਹੋਏ। ਵੈਸਾਖ ਸੁਹਾਵਾ ਤਾਂ ਲੱਗੈ, ਜਾਂ ਸੰਤ ਭੇਟੈ ਹਰ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।